ਨੂੰ ਸਿਰਫ ਇਹਨਾਂ ਜ਼ਰੂਰ ਪਤਾ ਸੀ ਕਿ ਦਰਬਾਰ ਸਾਹਿਬ ਦੇ ਉੱਤੇ ਇੱਕ ਹਮਲਾ ਹੋਇਆ ਹੈ ਤੇ ਉਹਦੇ ਰੋਸ ਵਜੋਂ ਬਹੁਤ ਸਿੱਖ ਨੌਜਵਾਨਾਂ ਨੇ ਹਥਿਆਰਬੰਦ ਸੰਘਰਸ਼ ਲੜਿਆ ਜੀ। ਬੱਚਾ ਹੋਣ ਕਰਕੇ ਮੇਰੇ ਤੇ ਕੋਈ ਸ਼ੱਕ ਨਹੀਂ ਸੀ ਹੁੰਦਾ ਤੇ ਮੈਂ ਲਗਭਗ ਸਾਰੇ ਪੰਜਾਬ ਦੇ ਵਿੱਚ ਹੀ ਜਿਹੜਾ ਉਹਨਾਂ ਦਾ ਮੈਸੇਜ ਜਾਂ ਹੋਰ ਜਿਹੜੀਆਂ ਉਸ ਸਮੇਂ ਜ਼ਰੂਰਤਾਂ ਸਨ ਖਾੜਕੂ ਮੂਵਮੈਂਟ ਦੀਆਂ ਉਹ ਮੈਂ ਪੂਰੀਆਂ ਕਰਦਾ ਰਿਹਾ। ਮੇਰੇ ਤੇ ਪਨਾਹ ਦਾ ਕੇਸ ਪਿਆ ਤੇ ਮੈਂ 7 ਮਹੀਨੇ ਬਾਅਦ ਜ਼ਮਾਨਤ ਤੇ ਜਦ ਰਿਹਾ ਹੋਇਆ ਤੇ ਠੀਕ ਦੂਜੇ ਦਿਨ ਮੈਨੂੰ ਫੇਰ ਜਿਹੜੀ ਪਟਿਆਲਾ ਪੁਲਿਸ ਚੁੱਕ ਲੈਂਦੀ ਆ ਤਾਂ ਮੈਨੂੰ 1.25 ਮਹੀਨਾ ਉਹ ਪਟਿਆਲਾ CI ਸਟਾਫ ਰੱਖਦੇ ਆ ਤੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਜਿਹੜਾ ਉਹ ਕਰਦੇ ਆ। ਮਤਲਬ ਕਿ ਝੂਠਾ ਕੇਸ ਪਾ ਕੇ ਮੈਨੂੰ ਜੇਲ੍ਹ ਭੇਜ ਦਿੰਦੇ ਨੇ ਤੇ ਉੱਥਾ ਜ਼ਮਾਨਤ ਮੇਰੀ ਇਸ ਕਰਕੇ ਹੋ ਗਈ ਸੀ ਕਿਉਂਕਿ ਘਰਦਿਆਂ ਨੇ ਇੱਕ ਰਿਟ ਲਾਈ ਸੀ ਵੀ ਸਾਡਾ ਜਿਹੜਾ ਬੱਚਾ ਹੈ ਉਹ ਕੱਲ੍ਹ ਹੀ ਆਇਆ ਤੇ ਨੈਕਸਟ ਅਗਲੇ ਦਿਨ ਉਹਨੂੰ ਪੁਲਿਸ ਚੁੱਕ ਲੈਂਦੀ ਹੈ। ਇਸ ਬੇਸ ਤੇ ਮੇਰੀ ਜਿਹੜੀ ਆ ਉਹ 2 ਮਹੀਨੇ ਬਾਅਦ ਜ਼ਮਾਨਤ ਹੋ ਗਈ। ਜਦ ਤੇ ਤਸ਼ੱਦਦ ਦੀ ਤਾਂ ਉਦੋਂ ਇੰਤਹਾ ਸੀ ਜੀ, ਬਿਆਨ ਨਹੀਂ ਕੀਤਾ ਜਾ ਸਕਦਾ। ਵੈਸੇ ਚਲੋ ਸਾਰੇ ਉਸ ਟਾਈਮ ਕੱਲੀ ਮੇਰੇ ਤੇ ਨਹੀਂ, ਜਿੰਨੇ ਵੀ ਖਾੜਕੂ ਸੰਘਰਸ਼ ਨਾਲ ਸੰਬੰਧਿਤ ਜਾਂ ਪਰਿਵਾਰ ਸਨ ਜਾਂ ਸਾਡੇ ਪਨਾਹ ਦੇਣ ਵਾਲੇ ਸਨ ਸਾਨੂੰ ਉਹਨਾਂ ਸਾਰਿਆਂ ਤੇ ਬਹੁਤ ਤਸ਼ੱਦਦ ਹੁੰਦਾ ਸੀ। ਸੋ ਕੁਲਦੀਪ ਸਿੰਘ ਜੀ, ਬਹੁਤ ਵਧੀਆ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹਾਂ ਤੇ ਮੈਨੂੰ ਲੱਗਦਾ ਹੁਣ ਅਸੀਂ ਸਮਾਂ ਹੋਰ ਨਾ ਥੋੜ੍ਹਾ ਜਿਹਾ ਖਰਾਬ ਕਰੀਏ ਤੇ ਸਾਡੇ ਨਾਲ ਬਹੁਤ ਹੀ ਇੱਕ ਅਹਿਮ ਸ਼ਖਸੀਅਤ ਹੈ ਜਿਨ੍ਹਾਂ ਨੂੰ ਅਸੀਂ ਰੂਬਰੂ ਕਰਨਾ ਚਾਹੁੰਦੇ ਹਾਂ ਤੇ ਜਿਨ੍ਹਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਹਾਂ। ਸੋ ਅਸੀਂ ਉਹਨਾਂ ਨੂੰ ਜੀ ਬਿਲਕੁਲ ਜੀ। ਅਸਲ ਦੇ ਵਿੱਚ ਇੱਦਾਂ ਹੈ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਉਹ ਸੰਤਾਪ ਹੰਢਾਇਆ ਜੀ, ਬਿਲਕੁਲ 1978 ਦੇ ਵਿੱਚ ਨਿਰੰਕਾਰੀਆਂ ਵੱਲੋਂ 14 ਸਿੰਘਾਂ ਦਾ ਗੋਲੀਆਂ ਦੇ ਨਾਲ ਜਦੋਂ ਕਤਲ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਬਾਬਾ ਜਰਨੈਲ ਸਿੰਘ ਉਹਨਾਂ ਦਾ ਨਾਮ ਉਸ ਵਕਤ ਆਉਂਦਾ ਹੈ ਤੇ ਹੌਲੇ ਹੌਲੇ ਧਰਮ ਯੁੱਧ ਮੋਰਚਾ ਆਰੰਭ ਹੁੰਦਾ ਹੈ। ਧਰਮ ਯੁੱਧ ਮੋਰਚੇ ਤੋਂ ਬਾਅਦ 1984 ਦੇ ਉੱਤੇ ਦਰਬਾਰ ਸਾਹਿਬ ਤੇ ਹਮਲਾ ਤੇ ਅਕਾਲ ਤਖਤ ਸਾਹਿਬ ਤੇ ਹੋਰ ਗੁਰਦੁਆਰਿਆਂ ਤੇ ਹਮਲਾ। 1984 ਨਵੰਬਰ ਦੇ ਵਿੱਚ ਦਿੱਲੀ, ਬਕਾਰੋ ਤੇ ਕਾਨਪੁਰ ਦੇ ਕਤਲੇਆਮ ਸ਼ੁਰੂ ਹੁੰਦੇ ਨੇ। ਇਹ ਸਾਰਾ ਕੁਝ ਉਦੋਂ ਹੁੰਦਾ ਹੈ ਤੇ ਇਹਨੂੰ ਦੇਖ ਕੇ ਬੜੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਨੌਜਵਾਨ ਵਰਗ ਸੀ ਜਿਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਸਾਡਾ ਭਵਿੱਖ ਕੀ ਹੋਣਾ ਹੈ, ਬਸ ਮਨ ਦੇ ਵਿੱਚ ਇੱਕ ਆਸਥਾ ਸੀ, ਇੱਕ ਸਤਿਕਾਰ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ, ਅਕਾਲ ਤਖਤ ਸਾਹਿਬ ਪ੍ਰਤੀ ਤੇ ਦਰਬਾਰ ਸਾਹਿਬ ਪ੍ਰਤੀ। ਬਸ ਉਹ ਆਪ ਮੁਹਾਰੇ ਫਿਰ ਤੁਰ ਪਏ। ਅੱਜ ਉਹਨਾਂ ਦੇ ਵਿੱਚੋਂ ਇੱਕ ਐਸੀ ਸ਼ਖਸੀਅਤ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪਿੱਛੇ ਮੁੜ ਕੇ ਨਹੀਂ ਵੇਖਿਆ ਜੀ, ਬਿਲਕੁਲ ਬਸ ਅੱਗੇ ਹੀ ਤੁਰੇ ਰਹਿ ਰਹੇ। ਉਹ ਸ਼ਖਸੀਅਤ ਹੈ ਮੇਰੇ ਆਪਣੇ ਜ਼ਿਲ੍ਹੇ ਤੋਂ ਸਰਦਾਰ ਬਖਸ਼ੀਸ਼ ਸਿੰਘ, ਜਿਨ੍ਹਾਂ ਨੂੰ ਬਾਬਾ ਬਖਸ਼ੀਸ਼ ਸਿੰਘ ਕਹਿੰਦੇ ਸੀ ਕਿਉਂਕਿ ਛੋਟੀ ਉਮਰ ਦੇ ਵਿੱਚ ਇਸ ਲਹਿਰ ਦੇ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਵਿਅਕਤੀ ਸੀ। ਜੀ ਬਿਲਕੁਲ, ਬਹੁਤ ਛੋਟੀ ਉਮਰ ਸੀ ਉਹਨਾਂ ਦੀ, ਬਹੁਤ ਛੋਟੀ ਉਮਰ ਸੀ। ਸੋ ਬਾਬਾ ਬਖਸ਼ੀਸ਼ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਜੀ। ਤੁਹਾਨੂੰ ਸਾਂਝਾ ਟੀਵੀ ਤੇ ਸਾਡੇ ਵੱਲੋਂ ਫਤਿਹ, ਤੁਹਾਨੂੰ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬਖਸ਼ੀਸ਼ ਸਿੰਘ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੂਹ ਇਸ ਟੀਵੀ ਦੇ ਸੇਵਾਦਾਰ ਤੇ ਪ੍ਰਬੰਧਕਾਂ ਨੂੰ ਤੇ ਸੁਣਨ ਵਾਲਿਆਂ ਨੂੰ, ਚਾਹਣ ਵਾਲਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਰ ਰਾਤ ਤੁਹਾਨੂੰ ਮੈਂ ਕਸ਼ਟ ਦਿੱਤਾ, ਉਸ ਲਈ ਖਿਮਾ ਚਾਹੁੰਦਾ। ਥੋੜ੍ਹੀ ਜਿਹੀ ਅਸੀਂ ਚਾਹੁੰਦੇ ਹਾਂ ਕਿਉਂਕਿ ਅੱਜ ਕੱਲ੍ਹ ਦੁਨੀਆ ਭਰ ਦੇ ਵਿੱਚ ਇੱਕ ਹੋਰ ਮੂਵਮੈਂਟ ਖੜੀ ਹੋ ਰਹੀ ਹੈ ਖਾਲਿਸਤਾਨ ਦਾ ਜ਼ਿਕਰ ਕਰਦੀ ਹੈ ਸਾਰੀ ਦੁਨੀਆ। ਤੁਸੀਂ ਉਸ ਮੂਵਮੈਂਟ ਦੇ ਵਿੱਚ ਅੰਦਰ ਗਏ ਹੀ ਨਹੀਂ ਬਲਕਿ ਬੜਾ ਨੇੜਿਓਂ ਇੱਕ ਬਰੀਕੀ ਨੂੰ ਤੱਕਿਆ ਔਰ ਉਹਦੇ ਵਿੱਚ ਰਹਿ ਕੇ ਦੇਖਿਆ ਕਿ ਇਹ ਮੂਵਮੈਂਟ ਖਾੜਕੂਵਾਦ ਦੀ ਜਿਹੜੀ ਆਈ, ਬਹੁਤੇ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੇ ਕਿਤਾਬਾਂ ਨੂੰ ਪੜ੍ਹਿਆ, ਕਿਤਾਬਾਂ ਪੜ੍ਹ ਕੇ ਦੇਖਦੇ ਆ ਕਿ ਇਹ ਮੂਵਮੈਂਟ ਸ਼ੁਰੂ ਕਿਵੇਂ ਹੋਈ। ਬਹੁਤੇ ਲੋਕ ਇਸ ਗੱਲੋਂ ਕੋਸਦੇ ਆ ਕਿ ਸਾਡੇ ਮੁੰਡੇ ਗਲਤੀ ਕਰ ਗਏ ਜਿਨ੍ਹਾਂ ਨੇ ਨਿਰਦੋਸ਼ੇ ਬੇਦੋਸ਼ੇ ਲੋਕਾਂ ਨੂੰ ਮਾਰਿਆ। ਥੋੜ੍ਹਾ ਜਿਹਾ ਮੈਂ ਤੁਹਾਡੇ ਜੀਵਨ ਬਾਰੇ ਪਹਿਲਾਂ ਜਾਣਨਾ ਚਾਹੁੰਦਾ ਕਿ ਤੁਹਾਡੀ ਆਰੰਭਤਾ ਇਸ ਮੂਵਮੈਂਟ 'ਚ ਆਉਣ ਵਾਸਤੇ ਕਿਵੇਂ ਹੋਈ, ਕਦੋਂ ਹੋਈ ਤੇ ਕਿੱਥੇ ਹੋਈ ਤੇ ਕਿਉਂ ਹੋਈ?
ਹਾਂਜੀ, ਕਿਉਂ ਤਾਂ ਲਗਭਗ ਮੇਰੇ ਖਿਆਲ ਸਾਰਿਆਂ ਨੂੰ ਹੀ ਪਤਾ ਹੈ ਕਿ ਇਸ ਭਾਰਤ ਦੀ ਸਰਕਾਰ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਹੋਇਆ, ਜੀ ਅਹ, ਉਹਦੇ ਕਰਕੇ ਜਿੰਨੇ ਵੀ ਸਿੱਖ ਧਰਮ ਦੇ ਜਿਹੜੇ ਨੌਜਵਾਨ ਸਨ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਆਸਥਾ ਰੱਖਣ ਵਾਲੇ ਸਨ, ਜੀ ਉਹਨਾਂ ਸਾਰਿਆਂ ਨੇ ਇਹ ਮਹਿਸੂਸ ਕੀਤਾ ਸੀ ਕਿ ਸਾਡੇ ਜਿਹੜਾ ਆ ਸਾਡੀ ਹੋਂਦ ਖਤਰੇ 'ਚ ਆ ਤੇ ਸਾਡੇ ਇਸ ਦੇ ਉੱਤੇ ਹਮਲਾ ਹੋਇਆ। ਜੀ ਤਾਂ ਇਸ ਕਰਕੇ ਮਤਲਬ ਕਿ ਇਹ ਜ਼ਰੂਰੀ ਬਣਦਾ ਸੀ ਕਿ ਅਸੀਂ ਜਾਂ ਤਾਂ ਉਸ ਗਵਰਨਮੈਂਟ ਨਾਲ ਜਿਹਨੇ ਸੱਚਖੰਡ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਹੈ ਜੀ ਤੇ ਸਿੱਖਾਂ ਨੂੰ ਸਬਕ ਸਿਖਾਉਣ ਦੀ ਇੱਕ ਗੱਲ ਕੀਤੀ ਆ, ਉਹਦੇ ਨਾਲ ਜੀ ਦੋ ਦੋ ਹੱਥ ਕੀਤੇ ਜਾਣ। ਹੂੰ ਤਾਂ ਉਹ ਲਹਿਰ ਦੇ ਵਿੱਚ ਕੁਝ ਨੌਜਵਾਨ ਸੋਚ ਸਮਝ ਕੇ ਆਏ, ਕੁਝ ਜਜ਼ਬਾਤੀ ਤੌਰ ਤੇ ਆਏ ਹੂੰ ਤੇ ਕਈਆਂ ਨੂੰ ਬਿਲਕੁਲ ਹੀ ਸਮਝ ਨਹੀਂ ਸੀ ਹੈਗੀ। ਉਹ ਵੀ ਆਏ ਕਿਉਂਕਿ ਉਹਨਾਂ ਨੂੰ ਸਿਰਫ ਇਹਨਾਂ ਜ਼ਰੂਰ ਪਤਾ ਸੀ ਕਿ ਦਰਬਾਰ ਸਾਹਿਬ ਦੇ ਉੱਤੇ ਇੱਕ ਹਮਲਾ ਹਮਲਾ ਹੋਇਆ ਹੈ ਤੇ ਹੂੰ ਉਹਦੇ ਰੋਸ ਵਜੋਂ ਬਹੁਤ ਸਿੱਖ ਨੌਜਵਾਨਾਂ ਨੇ ਹਥਿਆਰਬੰਦ ਸੰਘਰਸ਼ ਲੜਿਆ ਜੀ। ਤੇ ਮੇਰੀ ਉਮਰ ਬਹੁਤ ਛੋਟੀ ਸੀ। ਮੈਂ ਸ਼ਹੀਦ ਸੁਖਵਿੰਦਰ ਸਿੰਘ ਜੀ ਸੰਘਾ, ਜਿਹੜੇ ਬੀਟੀਐਫ ਆਫ ਖਾਲਿਸਤਾਨ ਦੇ ਚੀਫ ਸਨ, ਹਾਂ ਹਾਂ ਉਹ ਸਾਡੇ ਏਰੀਆ ਦੇ ਵਿੱਚ ਆਉਂਦੇ ਸਨ ਤੇ ਸਾਡੇ ਘਰ ਉਹਨਾਂ ਦੀ ਠਹਿਰ ਸੀਗੀ। ਤਾਂ ਉੱਥੋਂ ਮੈਂ ਜਿਹਨੂੰ ਉਦੋਂ ਲਫ਼ਜ਼ ਵਰਤੇ ਜਾਂਦੇ 1 ਨੰਬਰ ਜੀ ਵੀ ਓਵਰਗਰਾਉਂਡ ਹੀ ਮੈਂ ਉਹਨਾਂ ਦੀ ਸੇਵਾ ਕਰਦਾ ਰਿਹਾ। ਤੇ ਬੱਚਾ ਹੋਣ ਕਰਕੇ ਮੇਰੇ ਤੇ ਕੋਈ ਸ਼ੱਕ ਨਹੀਂ ਸੀ ਹੁੰਦਾ ਤੇ ਮੈਂ ਲਗਭਗ ਸਾਰੇ ਪੰਜਾਬ ਦੇ ਵਿੱਚ ਹੀ ਜਿਹੜਾ ਉਹਨਾਂ ਦਾ ਮੈਸੇਜ ਜਾਂ ਹੋਰ ਜਿਹੜੀਆਂ ਉਸ ਸਮੇਂ ਜ਼ਰੂਰਤਾਂ ਸਨ ਖਾੜਕੂ ਮੂਵਮੈਂਟ ਦੀਆਂ, ਉਹ ਮੈਂ ਪੂਰੀਆਂ ਕਰਦਾ ਰਿਹਾ। ਤੇ ਉਸ ਤੋਂ ਬਾਅਦ ਕਿਸੇ ਮੁਖਬਰ ਨੇ ਮੁਖਬਰੀ ਕੀਤੀ ਤਾਂ ਸਾਡੇ ਘਰ ਦੇ ਵਿੱਚ ਇੱਕ ਬਹੁਤ ਵੱਡਾ ਮੁਕਾਬਲਾ ਹੋਇਆ ਜਿੱਥੇ ਇੱਕ ਸਿੰਘ ਸ਼ਹੀਦ ਹੋਇਆ। ਉਸ ਤੋਂ ਬਾਅਦ ਮੈਂ ਤੇ ਮੇਰੇ ਪਿਤਾ ਜੀ ਦੋਨੋਂ ਅਸੀਂ, ਮੈਂ ਸ਼ਾਰਟਕਟ ਲਈ ਦੱਸਾਂਗਾ, ਆਪਣੇ ਕੋਲ ਸਮਾਂ ਹਾਂਜੀ ਉਸ ਹਿਸਾਬ ਨਾਲ, ਜੀ ਜੀ ਤੇ ਦੋਨੋਂ ਅਸੀਂ ਨਾਭੇ ਜੇਲ੍ਹ ਦੇ ਵਿੱਚ ਰਹੇ ਤੇ ਮੇਰੇ ਤੇ ਪਨਾਹ ਦਾ ਕੇਸ ਪਿਆ। ਤਾਂ ਮੈਂ 7 ਮਹੀਨੇ ਬਾਅਦ ਜ਼ਮਾਨਤ ਤੇ ਜਦ ਰਿਹਾ ਹੋਇਆ ਤੇ ਠੀਕ ਦੂਜੇ ਦਿਨ ਮੈਨੂੰ ਫੇਰ ਜਿਹੜੀ ਪਟਿਆਲਾ ਪੁਲਿਸ ਚੁੱਕ ਲੈਂਦੀ ਆ। ਤਾਂ ਮੈਨੂੰ 1.25 ਮਹੀਨਾ ਉਹ ਪਟਿਆਲਾ ਸੀਏ ਸਟਾਫ ਰੱਖਦੇ ਆ ਤੇ ਉੱਥੇ ਬਹੁਤ ਜ਼ਿਆਦਾ ਤਸ਼ੱਦਦ ਜਿਹੜਾ ਉਹ ਕਰਦੇ ਆ। ਸੰਤ ਕੁਮਾਰ ਭਾਂਬਰੀ ਨਾਂ ਦਾ ਇੱਕ ਇੰਸਪੈਕਟਰ ਸੀਗਾ, ਬੁੱਚੜ ਇੰਸਪੈਕਟਰ ਉਹਨੂੰ ਕਹਿ ਕੇ ਜਿਹੜਾ ਲੋਕ ਸੱਦਦੇ ਸੀਗੇ, ਉਸਨੇ ਬੜਾ ਤਸ਼ੱਦਦ ਕੀਤਾ ਤੇ 1.25 ਮਹੀਨੇ ਤੋਂ ਬਾਅਦ ਮੇਰੇ ਤੇ ਇੱਕ ਕੇਸ ਪਾ ਕੇ ਮੈਨੂੰ ਸੰਗਰੂਰ ਜੇਲ੍ਹ ਭੇਜ ਦਿੱਤਾ, ਜਿੱਥੋਂ ਵੀ ਥੋੜੇ ਸਮੇਂ ਬਾਅਦ 2-2.5 ਮਹੀਨੇ ਬਾਅਦ ਜ਼ਮਾਨਤ ਹੋ ਜਾਂਦੀ ਆ। ਜ਼ਮਾਨਤ ਹੋਣ ਤੋਂ ਬਾਅਦ ਮੈਂ ਮਤਲਬ ਕਿ ਘਰ ਨਹੀਂ ਆਉਂਦਾ। ਮੈਂ ਆਪਣੇ ਸਾਥੀਆਂ ਨਾਲ, ਜਿਹੜੇ ਮੇਰੇ ਸਾਥੀ ਸੀ, ਉਹਨਾਂ ਨੂੰ ਜਾ ਕੇ ਮੈਂ ਮਿਲਦਾ ਤੇ ਉੱਥੋਂ ਫਿਰ ਮੇਰੀ ਜਿਹੜਾ ਇਹ ਆਰੰਭ ਹੁੰਦਾ ਆ ਜਿਹੜਾ ਖਾੜਕੂ ਸੰਘਰਸ਼। ਜੀ ਤੁਸੀਂ ਜ਼ਿਕਰ ਕੀਤਾ ਸੀ ਬਖਸ਼ੀਸ਼ ਵੀਰ ਜੀ ਤੁਹਾਡੇ ਪਿਤਾ ਜੀ ਦਾ ਵੀ, ਕਿ ਉਹਨਾਂ ਨੂੰ ਵੀ ਨਾਲ ਹੀ ਤੁਹਾਡੇ ਫੜਿਆ ਸੀ, ਉਹਨਾਂ ਨੂੰ ਫਿਰ ਜ਼ਮਾਨਤ ਦੇ ਦਿੱਤੀ ਸੀ, ਉਹਨਾਂ ਦੇ ਨਾਲ ਉਹ ਵਾਪਸ ਘਰ ਆ ਗਏ ਸੀ? ਹਾਂਜੀ, ਉਹ ਵਾਪਸ ਘਰ ਆ ਗਏ ਸਨ। ਉਹਨਾਂ ਨੂੰ ਜ਼ਮਾਨਤ, ਉਹਨਾਂ ਦੀ 7-8 ਮਹੀਨੇ ਬਾਅਦ ਉਹਨਾਂ ਦੀ ਜ਼ਮਾਨਤ ਹੋ ਗਈ ਸੀ। ਉਹ ਵੀ ਘਰ ਆ ਗਏ। ਤੁਸੀਂ ਵੀ ਬਾਹਰ ਆ ਗਏ ਸੀ। ਬਾਹਰ ਆਉਣ ਤੋਂ ਬਾਅਦ ਫਿਰ ਤੁਸੀਂ ਜੁਆਇਨ ਕੀਤਾ ਮੁਹਿੰਮ ਨੂੰ? ਨਹੀਂ, ਬਾਹਰ ਮੈਂ ਜਿੱਦਣ ਅੱਜ ਆਇਆ ਤੇ 2 ਦਿਨ ਬਾਅਦ ਫਿਰ ਮੈਨੂੰ ਸੀਏ ਸਟਾਫ ਪਟਿਆਲਾ ਚੁੱਕ ਲੈਂਦੀ ਹੈ ਜੀ। ਓਕੇ। ਤਾਂ ਇਹ ਮੈਨੂੰ 1.25 ਮਹੀਨਾ ਪਟਿਆਲੇ ਸੀਏ ਹੀ ਰੱਖਦੇ ਆ ਤੇ ਜਿਹਦੇ ਵਿੱਚ 18 ਦਿਨ ਮੇਰੇ ਤੇ ਤਸ਼ੱਦਦ ਕਰਦੇ ਆ, 18 ਦਿਨ ਲਗਾਤਾਰ। ਤੇ ਉਸ ਤੋਂ ਬਾਅਦ ਇਹ ਇੱਕ ਮਤਲਬ ਕਿ ਝੂਠਾ ਕੇਸ ਪਾ ਕੇ ਮੈਨੂੰ ਜੇਲ੍ਹ ਭੇਜ ਦਿੰਦੇ ਨੇ। ਤੇ ਉੱਥਾ ਜ਼ਮਾਨਤ ਮੇਰੀ ਇਸ ਕਰਕੇ ਹੋ ਗਈ ਸੀ ਕਿਉਂਕਿ ਘਰਦਿਆਂ ਨੇ ਇੱਕ ਰਿਟ ਲਾਈ ਸੀ ਵੀ ਸਾਡਾ ਜਿਹੜਾ ਬੱਚਾ ਹੈ ਉਹ ਕੱਲ ਹੀ ਆਇਆ ਤੇ ਅਗਲੇ ਦਿਨ ਉਹਨੂੰ ਪੁਲਿਸ ਚੁੱਕ ਲੈਂਦੀ ਹੈ। ਇਸ ਬੇਸ ਤੇ ਮੇਰੀ ਜਿਹੜੀ ਆ ਉਹ 2 ਮਹੀਨੇ ਬਾਅਦ ਜ਼ਮਾਨਤ ਹੋ ਗਈ। ਜਦ ਉੱਥੇ ਕੌਮ ਦੀਆਂ ਬੜੀਆਂ ਵੱਡੀਆਂ ਸ਼ਖਸੀਅਤਾਂ ਦੇ ਵੀ ਮੈਂ ਦਰਸ਼ਨ ਕੀਤੇ, ਭਾਈ ਗੁਰਦੇਵ ਸਿੰਘ ਕੌਂਕੇ, ਭਾਈ ਨਛੱਤਰ ਸਿੰਘ ਰੋਡੇ, ਗਿਆਨ ਸਿੰਘ ਲੀਲ, ਜਾਂ ਇਹ ਸਾਰੇ ਜਿਹੜੇ ਸਿੰਘ ਸਨ ਉੱਥੇ ਉਹਨਾਂ ਦੇ ਮੈਂ ਦਰਸ਼ਨ ਵੀ ਕੀਤੇ ਤੇ ਉਹਨਾਂ ਦੀ ਜਿਹੜੀ ਆ ਜੀ ਸਾਥ ਵੀ। ਕਿੰਨੀ ਉਮਰ ਸੀ ਤੁਹਾਡੀ ਜਦੋਂ ਤਕਰੀਬਨ ਇਸ ਮੂਵਮੈਂਟ ਦੇ ਵਿੱਚ ਤੁਸੀਂ ਪਏ ਹੋ? ਪਹਿਲੀ ਵਾਰੀ ਤੁਹਾਨੂੰ ਗ੍ਰਿਫਤਾਰ ਕੀਤਾ ਕਿੰਨੇ ਵਰ੍ਹਿਆਂ ਦੇ ਸੀ ਤੇ ਕਿਹੋ ਜਿਹੇ ਤਸ਼ੱਦਦ ਕਰਦੇ ਸਨ ਉੱਥੇ ਤੁਹਾਡੇ ਤੇ? ਜਦੋਂ ਪਹਿਲੀ ਵਾਰੀ ਮੈਨੂੰ ਅਰੈਸਟ ਕੀਤਾ ਮੇਰੀ ਉਮਰ ਸੀਗੀ 14 ਕੁ ਸਾਲ ਦੀ ਲਗਭਗ। ਅੱਛਾ। ਹਾਂਜੀ, 14 ਕੁ ਸਾਲ ਦੀ ਉਮਰ ਸੀਗੀ। ਤੇ ਤਸ਼ੱਦਦ ਦੀ ਤਾਂ
ਉਦੋਂ ਇੰਤਹਾ ਸੀ ਜੀ, ਬਿਆਨ ਨਹੀਂ ਕੀਤਾ ਜਾ ਸਕਦਾ। ਵੈਸੇ ਚਲੋ ਸਾਰੇ ਉਸ ਟਾਈਮ ਕੱਲੀ ਮੇਰੇ ਤੇ ਨਹੀਂ, ਜਿੰਨੇ ਵੀ ਖਾੜਕੂ ਸੰਘਰਸ਼ ਨਾਲ ਸੰਬੰਧਿਤ ਜਾਂ ਪਰਿਵਾਰ ਸਨ, ਜਾਂ ਸਾਡੇ ਪਨਾਹ ਦੇਣ ਵਾਲੇ ਸਨ, ਜਾਂ ਖਾੜਕੂ ਸੰਘਰਸ਼ ਦੇ ਨਾਲ ਸੰਬੰਧ ਸਨ, ਉਹਨਾਂ ਸਾਰਿਆਂ ਤੇ ਬਹੁਤ ਤਸ਼ੱਦਦ ਹੁੰਦਾ ਸੀ। ਮੇਰਾ ਇਕੱਲੇ ਤੇ ਨਹੀਂ, ਸਾਰਿਆਂ ਤੇ ਬਹੁਤ ਤਸ਼ੱਦਦ ਹੋਇਆ, ਤੇ ਉਹਦਾ ਇੱਕ ਮੈਂ ਵੀ ਹਿੱਸਾ ਸੀਗਾ ਜੀ। ਇੰਨੇ ਤਸ਼ੱਦਦ ਹੋਣ ਤੋਂ ਬਾਅਦ ਤੁਹਾਨੂੰ ਲੱਗਾ ਨਹੀਂ ਵੀ ਹੁਣ ਇਸ ਪਾਸੇ ਕਾਹਨੂੰ ਤੁਰਨਾ, ਸਿੱਧੀ ਜ਼ਿੰਦਗੀ ਬਿਤਾਵਾਂ, ਮੈਂ ਦੂਜੇ ਪਾਸੇ ਕਾਹਨੂੰ ਜਾਣਾ ਮੈਂ? ਮੈਨੂੰ ਤਾਂ ਇਹ ਲੱਗਦਾ ਸੀ ਕਿ ਮਤਲਬ ਸਿੱਧੀ ਜ਼ਿੰਦਗੀ ਇਹੀ ਹੈ ਵੀ ਘਰ ਜਦੋਂ ਸਾਡੇ ਗੁਰਧਾਮਾਂ ਤੇ ਹਮਲਾ ਕੀਤਾ ਤਾਂ ਅਸੀਂ ਰੋਸ ਵਜੋਂ ਇਸ ਸਰਕਾਰ ਨਾਲ ਜਿਹੜੀ ਇੱਕ ਜੰਗ ਲੜੀ ਆ, ਤਾਂ ਉਹਦੇ 'ਚ ਕੋਈ ਐਵੇਂ ਦਾ ਇਰਾਦਾ ਨਹੀਂ ਸੀ। ਮੈਂ ਸੋਚ ਸਮਝ ਕੇ ਇਸ ਮੂਵਮੈਂਟ ਦੇ ਵਿੱਚ ਆਇਆ, ਕੋਈ ਤਸ਼ੱਦਦ ਦੇ ਡਰ ਕਾਰਨ ਜਾਂ ਕਿਸੇ ਸਰਕਾਰ ਦੇ ਇਸ ਤਰ੍ਹਾਂ ਦੇ ਭੈ ਕਰਕੇ ਨਹੀਂ, ਇਹ ਸੋਚ ਸਮਝ ਕੇ ਆਇਆ। ਮੈਨੂੰ ਚਾਅ ਸੀ ਇਸ ਗੱਲ ਦਾ ਵੀ ਅਸੀਂ ਜਿਹੜਾ ਆ ਉਸ ਹਕੂਮਤ ਨਾਲ ਜਿਹੜਾ ਹਥਿਆਰਬੰਦ ਸੰਘਰਸ਼ ਲੜਨ ਜਾ ਰਹੇ ਹਾਂ, ਜਿਹੜੀ ਆਪਣੇ ਆਪ ਨੂੰ ਦੁਨੀਆ ਦੀ ਚੌਥੀ ਪਾਵਰ ਮੰਨਦੀ ਆ, ਤੇ ਉਹਨੇ ਸਾਡੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ। ਕੱਲਾ ਹਮਲਾ ਹੀ ਨਹੀਂ ਕੀਤਾ, ਸਾਡੀ ਹੋਂਦ ਹਸਤੀ ਨੂੰ ਮਿਟਾਉਣ ਦਾ ਹੀ ਆ ਕੀਤਾ, ਤੇ ਇਸ ਕਰਕੇ ਅਸੀਂ ਉਹਨਾਂ ਨਾਲ ਜਿਹੜਾ ਦੋ ਹੱਥ ਕਰਨ ਲਈ ਆਪਣੇ ਘਰਾਂ ਤੋਂ ਚੱਲੇ ਜੀ। ਓਕੇ, ਇਸ ਮੂਵਮੈਂਟ ਦੇ ਵਿੱਚ ਜਦ ਤੁਸੀਂ ਚੱਲੇ ਹੋ ਤੇ ਇਸ ਮੂਵਮੈਂਟ ਦੇ ਦੌਰਾਨ ਘਰ-ਬਾਰ ਫਿਰ ਬਿਲਕੁਲ ਛੱਡ ਦਿੱਤਾ? ਕਿੰਨਾ ਕੁ ਚਿਰ ਘਰੋਂ ਬਾਹਰ ਰਹੇ ਫਿਰ? ਮੈਂ ਜੀ ਲਗਭਗ ਮਤਲਬ 9 ਸਾਲ ਮੈਂ ਪੀਓ ਰਿਹਾ ਜੀ, ਤੇ 9 ਸਾਲ ਦੇ ਦੌਰਾਨ ਮੈਂ ਇੱਕ ਵਾਰੀ ਆਪਣੇ ਪਿੰਡ ਗਿਆ ਸੀਗਾ ਜੀ। ਉਸ ਤੋਂ ਬਾਅਦ ਮੈਂ ਕਦੀ ਪਿੰਡ ਨਹੀਂ ਗਿਆ। ਤੇ 9 ਸਾਲ ਤੇ ਮੈਂ ਬਾਗੀ ਰਿਹਾ, ਤੇ ਉਸੇ ਸਮੇਂ ਦੌਰਾਨ 6 ਸਾਲ ਫਿਰ ਮੈਂ ਜੇਲ੍ਹ 'ਚ ਰਿਹਾ। 15 ਸਾਲ ਬਾਅਦ ਮੈਂ ਵਾਪਸ ਆਪਣੇ ਪਿੰਡ ਗਿਆ ਸੀ, ਜੇਲ੍ਹ 'ਚ ਰਿਹਾ ਜੀ। ਵੀਰ ਜੀ, ਕਿੰਨੇ ਕੁ ਕੇਸ ਤੁਹਾਡੇ ਤੇ ਪਾਏ ਗਏ ਸੀ ਜਿਨ੍ਹਾਂ ਦੇ ਵਿੱਚ ਤੁਸੀਂ ਦੋਸ਼ੀ ਸਾਬਤ ਹੋ ਗਏ ਸੀ, ਤੇ ਕਦੇ ਲੱਗਾ ਸੀ ਮਨ ਨੂੰ ਕਿ ਸ਼ਾਇਦ ਤੁਸੀਂ ਇਸ ਪਾਸੇ ਆ ਕੇ ਗਲਤੀ ਕਰ ਲਈ? ਕਦੇ ਕੋਈ ਪਛਤਾਵਾ ਹੋਇਆ ਸੀ? ਵੈਸੇ ਕਹਿੰਦੇ ਜਿਸ ਕੰਮ ਨੂੰ ਸਿੰਘ ਆਪਣੇ ਹੱਥਾਂ 'ਚ ਲੈਂਦੇ, ਪਛਤਾਵਾ ਤਾਂ ਉਹ ਕਦੇ ਕਰਦੇ ਨਹੀਂ, ਪਰ ਤੁਹਾਨੂੰ ਕਦੇ ਇਸ ਤਰ੍ਹਾਂ ਮਹਿਸੂਸ ਹੋਇਆ ਸੀ? ਕਿਉਂਕਿ ਤਸੀਹੇ ਬਹੁਤ ਇਹੋ ਜਿਹੇ ਦਿੱਤੇ ਜਾਂਦੇ ਸੀ ਕਿ ਕਹਿ ਲਓ ਕਿ ਝੱਲਣੇ ਔਖੇ ਸੀਗੇ। ਸੋ ਤੁਸੀਂ ਪਹਿਲਾਂ ਤਾਂ ਕੇਸਾਂ ਬਾਰੇ ਸਾਨੂੰ ਦੱਸੋ, ਕਿੰਨੇ ਕੁ ਤੁਹਾਡੇ ਤੇ ਪਾਏ ਗਏ ਸੀ, ਤੇ ਉਸ ਤੋਂ ਬਾਅਦ ਦੱਸੋ ਕਿ ਕੀ ਮਹਿਸੂਸ ਕੀਤਾ ਸੀ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਸੀਗੇ? ਮੈਨੂੰ ਹੁਣ ਤੱਕ ਮੇਰੇ ਤੇ ਮੇਰੇ ਖਿਆਲ 'ਚ ਕੋਈ ਲਗਭਗ 40 ਤੋਂ 45 ਤੋਂ 50 ਕੇਸ ਮੇਰੇ ਤੇ ਰਜਿਸਟਰਡ ਹੋਏ ਨੇ। 45 ਤੋਂ 50, 4 ਦਰਜਨ ਦੇ ਲਾਗੇ ਲਾਗੇ। ਹਾਂਜੀ ਹਾਂਜੀ ਬਿਲਕੁਲ ਜੀ, ਮੇਰੇ ਤੇ ਮਤਲਬ ਕਿ ਹਰਿਆਣਾ, ਪੰਜਾਬ, ਯੂਪੀ, ਦਿੱਲੀ ਤੇ ਇਹਨਾਂ ਸਟੇਟਾਂ ਦੇ ਕੇਸ ਸੀਗੇ ਜੀ। ਤੇ ਜਿਹੜੀ ਗੱਲ ਹੈਗੀ ਆ ਪਛਤਾਵੇ ਦੀ, ਇਹ ਤਾਂ ਮੈਂ ਮਤਲਬ ਕਿ ਇਹ ਨਹੀਂ ਕਿ ਤੁਹਾਡੇ ਚੈਨਲ ਦੇ ਉੱਤੇ ਕੋਈ ਇਹੋ ਜਿਹੀ ਕੋਈ ਸੇਖੀ ਮਾਰਨ ਵਾਲੀ ਗੱਲ ਹੈ, ਮੈਨੂੰ ਬਿਲਕੁਲ ਕੋਈ ਪਛਤਾਵਾ ਨਹੀਂ। ਇੱਕ ਪਛਤਾਵਾ ਜ਼ਰੂਰ ਹੈ ਕਿ ਆਪਣੇ ਭਰਾਵਾਂ ਦੇ ਨਾਲ ਉਹ ਸਫ਼ਰ ਜਿਹੜਾ ਸੀ ਉਹ ਤੈਅ ਨਹੀਂ ਕਰ ਸਕੇ, ਤੇ ਇਹ ਹੁਣ ਜਿਹੜੀ ਜ਼ਿੰਦਗੀ ਆ ਇਹ ਬੜੀ ਔਖੀ ਆ। ਉਹ ਜ਼ਿੰਦਗੀ ਤੇ ਇਸ ਜ਼ਿੰਦਗੀ 'ਚ ਬਹੁਤ ਜ਼ਿਆਦਾ ਅੰਤਰ ਹੈ, ਜਿਹਦਾ ਕੋਈ ਸਿਰ ਹੀ ਨਹੀਂ ਹੈਗਾ। ਉਹ ਇੱਕ ਮਰਦਾਂ ਦੀ ਮੌਤ, ਮੇਰੇ ਸਾਥੀ ਜਿਹੜੇ ਨੇ ਉਹ ਮਰੇ ਨੇ, ਸ਼ਹੀਦ ਹੋਏ ਨੇ, ਤੇ ਅਸੀਂ ਉਹ ਮੌਤ ਨਹੀਂ ਮਰ ਸਕੇ। ਇਸ ਗੱਲ ਦਾ ਅਫਸੋਸ ਰਹੇਗਾ ਸਾਰੀ ਜ਼ਿੰਦਗੀ। ਖਾੜਕੂਵਾਦ ਆਮ ਕਰਕੇ ਕਿਹਾ ਜਾਂਦਾ ਹੈ ਕਿ ਸਰਕਾਰਾਂ ਨੇ ਪੈਦਾ ਕੀਤਾ ਹੈ ਉਸ ਵਕਤ। ਇਹਦੇ ਵਿੱਚ ਮੈਨੂੰ ਚੇਤੇ ਹੈ, ਤੁਸੀਂ ਭਾਵੇਂ ਉਦੋਂ ਛੋਟੇ ਸਾਂ, ਡਾਕਟਰ ਸੋਹਣ ਸਿੰਘ, ਵਸਲ ਸਿੰਘ ਜਫਰਵਾਲ, ਡਾਕਟਰ ਜਗਜੀਤ ਸਿੰਘ ਵਰਗੇ, ਜਿਨ੍ਹਾਂ ਨੇ ਤੁਹਾਡੇ ਵਰਗੇ ਨੌਜਵਾਨਾਂ ਨੂੰ ਉਕਸਾ ਕੇ ਮੈਦਾਨੇ ਜੰਗ ਦੇ ਵਿੱਚ ਤੋਰ ਦਿੱਤਾ। ਬਾਅਦ ਦੇ ਵਿੱਚ ਅੱਜ ਵੀ ਤੁਹਾਡੇ ਕੋਲ ਮਹਿਤਾ ਤੇ ਚਾਵਲਾ ਬੈਠੇ ਆ, ਸਰਕਾਰਾਂ ਦੀ ਝੋਲੀਆਂ 'ਚ ਜਾ ਕੇ ਡਿੱਗ ਪਏ। ਇਹਨਾਂ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ? ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਹੀ ਇਹ ਸਰਕਾਰਾਂ ਵੱਲੋਂ ਉਠਾ ਕੇ ਪੈਦਾ ਕਰਕੇ ਸਿੱਖ ਪੰਥ ਦੇ ਵਿੱਚ ਵਾੜੇ ਗਏ, ਬਾਅਦ ਦੇ ਵਿੱਚ ਤੁਹਾਡੇ ਵਰਗੇ ਜਿਹੜੇ ਜੁਝਾਰੂ ਸੀ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਕੇ ਤੇ ਚੁੱਪ ਕਰਕੇ ਬਹਿ ਗਏ? ਕਦੇ ਤੁਹਾਡਾ ਹਾਲ ਚਾਲ ਪੁੱਛਿਆ? ਨਹੀਂ, ਪਹਿਲੀ ਗੱਲ ਤਾਂ ਸਿੰਘ ਸਾਹਿਬ ਮੈਂ ਇਹ ਕਹਾਂਗਾ ਕਿ ਸਾਨੂੰ ਉਕਸਾਇਆ ਨਹੀਂ ਗਿਆ। ਮੈਂ ਸਿਰਫ ਆਪਣੀ ਗੱਲ ਕਰਾਂਗਾ, ਮੈਂ ਪੂਰੀ ਮੂਵਮੈਂਟ ਦੀ ਗੱਲ ਨਹੀਂ ਕਰਾਂਗਾ ਜੀ। ਤੇ ਘੱਟੋ ਘੱਟ ਇਦਾਂ ਦੀ ਕਿਸੇ ਦੀ ਕੋਈ ਇੰਨੀ ਵੱਡੀ ਹੈਸੀਅਤ ਨਹੀਂ ਸੀ ਕਿ ਉਕਸਾ ਸਕਦੇ। ਤੇ ਦੂਜੀ ਗੱਲ ਇਹ ਸੀ ਵੀ ਮੈਂ ਮਤਲਬ ਕਿਸੇ ਨੂੰ ਵੀ ਦੋਸ਼ ਨਹੀਂ ਦਿੰਦਾ,
ਕਿਉਂਕਿ ਜਿਹੜਾ ਇਹ ਵਰਤਾਰਾ ਸੀ, ਇਹ ਕਿਸੇ ਬੰਦੇ ਦੇ ਵਰਤਾਇਆ ਨਹੀਂ ਵਰਤਿਆ, ਇਹ ਵਾਹਿਗੁਰੂ ਦਾ ਭਾਣਾ ਸੀ, ਇਹ ਕੁਦਰਤੀ ਵਰਤਾਰਾ ਸੀ। ਜਿਹੜੀਆਂ ਇੰਨੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਪੰਜਾਬ ਦੇ ਵਿੱਚ, ਜਿਹੜਾ ਇੰਨਾ ਜ਼ਿਆਦਾ ਖੂਨ ਡੁੱਲਿਆ, ਉਹ ਚਾਹੇ ਖਾੜਕੂਆਂ ਦਾ ਸੀ, ਚਾਹੇ ਉਹ ਪੁਲਿਸ ਵਾਲਿਆਂ ਦਾ ਸੀ। ਉਹ ਮਤਲਬ ਪੰਜਾਬ ਦੇ ਵਿੱਚ ਬੜੀ ਲਹੂ ਡੋਣ ਵੀ ਲੜਾਈ ਹੋਈ, ਤਾਂ ਉੱਤੇ ਬੈਠੇ ਹਾਕਮਾਂ ਨੇ ਸਾਡਾ ਜਿਹੜਾ ਖੂਨ ਡੁੱਲਦਾ ਤੱਕਿਆ, ਸਾਡੇ ਖੂਨ ਦੀ ਜਿਹੜੀ ਹੋਲੀ ਸੀ ਉਹ ਵੇਖੀ ਉਹਨਾਂ ਨੇ। ਤਾਂ ਉਸ ਗੱਲ ਦੀ ਜਿਹੜੀ ਆ ਕੁਛ ਮਤਲਬ ਕਿ ਪੈਂਤੜੇ ਜਿਹੜੇ ਉਹ ਉਦੋਂ ਲਏ ਗਏ ਜਦੋਂ ਬਹੁਤ ਸਮਾਂ ਲੰਘ ਗਿਆ ਸੀ, ਤੇ ਸਾਡੇ ਆਪਣੇ ਮਤਲਬ ਕਿ ਵਿੱਚ ਇੱਕ ਜੰਗ ਛੇੜੀ ਗਈ ਪੰਜਾਬ ਦੇ ਵਿੱਚ। ਉਹ ਜੰਗ ਕਰਵਾਈ ਗਈ ਜਦੋਂ ਕਿ ਸਾਡੀ ਜਿਹੜੀ ਸਿੱਧੀ ਲੜਾਈ ਸੀ ਉਹ ਹਿੰਦ ਹਕੂਮਤ ਨਾਲ ਸੀਗੀ, ਨਾ ਕਿ ਪੰਜਾਬ ਦੇ ਕਿਸੇ ਵੀ ਨੌਜਵਾਨ ਨਾਲ। ਪਰ ਫਿਰ ਵੀ ਕੁਛ ਜਿਹੜੇ ਲਾਲਚੀ ਤੇ ਅਹੁਦਿਆਂ ਦੇ ਭੁੱਖੇ ਸਨ, ਉਹਨਾਂ ਨੇ ਮਿੱਥ ਕੇ ਸਾਡਾ ਸ਼ਿਕਾਰ ਵੀ ਕੀਤਾ, ਤੇ ਉਹ ਸਾਡਾ ਸ਼ਿਕਾਰ ਬਣੇ ਵੀ। ਇਹ ਇਦਾਂ ਦੇ ਕੁਝ ਹਾਲਾਤ ਸਨ। ਬਾਕੀ ਜਿਹੜੀ ਗੱਲ ਰਹੀ ਵਤਨ ਸਿੰਘ ਜਫਰਵਾਲ ਹੋਣਾ ਦੀ, ਉਹਨਾਂ ਤੇ ਇੱਕੋ ਹੀ ਸਾਨੂੰ ਬਹੁਤ ਵੱਡਾ ਗਿਲਾ ਹੈ ਕਿ ਉਹਨਾਂ ਨੇ ਅੱਧ ਵਿਚਾਲੇ ਖਾੜਕੂ ਸੰਘਰਸ਼ ਛੱਡ ਕੇ ਤੇ ਇੱਕ ਆਪਣੇ ਵੱਲ ਨੂੰ ਵੱਡੇ ਜਰਨੈਲ ਪਾਉਂਦੇ ਸਨ, ਤੇ ਉਹਨਾਂ ਨੇ ਪਿੱਠ ਦੇ ਕੇ ਸੰਘਰਸ਼ ਨੂੰ ਤੇ ਵਾਪਸੀ ਜਿਹੜਾ ਹੱਥ ਖੜੇ ਕਰਕੇ ਇਸ ਹਕੂਮਤ ਨੂੰ ਵਿਸ਼ਵਾਸ ਪ੍ਰਗਟ ਕੀਤਾ ਆ, ਜਿਹਦਾ ਸਾਨੂੰ ਬਹੁਤ ਵੱਡਾ ਦੁੱਖ ਹੈ ਜੀ। ਡਾਕਟਰ ਸੋਹਣ ਸਿੰਘ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਦੇ ਮਿਲੇ? ਉਹ ਕਹਿੰਦੇ ਰੂਪੋਸ਼ ਹੋ ਕੇ ਰਹਿੰਦੇ ਰਹੇ ਨੇ, ਕਿੱਥੇ ਰੂਪੋਸ਼ ਹੋ ਕੇ ਰਹਿੰਦੇ ਰਹੇ ਨੇ, ਕੋਈ ਜਾਣਕਾਰੀ ਹੈ? ਨਹੀਂ ਜੀ, ਮੈਨੂੰ ਉਹਨਾਂ ਬਾਰੇ ਨਹੀਂ ਜਾਣਕਾਰੀ, ਕਿਉਂਕਿ ਮੈਂ ਪਹਿਲੀ ਗੱਲ ਤਾਂ ਸਾਡੀ ਜਿਹੜੀ ਜਥੇਬੰਦੀ ਸੀ ਉਹ ਅਲੱਗ ਸੀ, ਦੂਜਾ ਕਿ ਮੇਰੀ ਉਮਰ ਘੱਟ ਹੋਣ ਕਰਕੇ ਮੈਂ ਉਹਨਾਂ ਨੂੰ ਨਹੀਂ ਮਿਲ ਸਕਿਆ। ਮੈਂ ਪਰਮਜੀਤ ਸਿੰਘ ਪੰਜਵੜ ਜਿਹੜੇ ਹੁਣ ਵੀ ਮਤਲਬ ਕਿ ਕਿਸੇ ਦੇਸ਼ 'ਚ ਰਹਿ ਰਹੇ ਨੇ, ਉਹਨਾਂ ਦੇ ਜਿਹੜੀ ਮਤਲਬ ਕਿ ਜਰਨੈਲੀ ਦੇ ਹੇਠ ਅਸੀਂ ਜਿਹੜੀ ਇਹ ਜੰਗ ਲੜੀ ਆ, ਤੇ ਇਸ ਕਰਕੇ ਮੇਰਾ ਉਹਨਾਂ ਨਾਲ ਹੀ ਸੰਬੰਧ ਸੀਗਾ। ਤੇ ਇੱਕ ਉਦੋਂ ਹਾਲਾਤ ਇਵੇਂ ਦੇ ਸਨ ਕਿ ਅੱਜ ਵਰਗੇ ਹਾਲਾਤ ਨਹੀਂ ਸਨ, ਕੋਈ ਐਵੇਂ ਦਾ ਮੀਡੀਆ ਨਹੀਂ ਸੀ, ਕੋਈ ਇੱਦਾਂ ਦਾ ਸੋਸ਼ਲ ਨੈਟਵਰਕ ਨਹੀਂ ਸੀ ਹੈਗਾ। ਤਾਂ ਉਦੋਂ ਮੈਂ ਤਾਂ ਬਿਲਕੁਲ ਨਹੀਂ ਉਹਨਾਂ ਨੂੰ ਮਿਲ ਸਕਿਆ। ਹਾਂਜੀ, ਇਸ ਕਰਕੇ ਇਹ ਮੈਨੂੰ ਉਹਨਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ। ਓਕੇ, ਜਿਹੜੀ ਗੱਲਬਾਤ ਆਮ ਕਹੀ ਜਾਂਦੀ ਹੈ ਕਿ ਉਸ ਵੇਲੇ ਸੁੱਖੀ ਸੀ, ਕੁੱਕੀ ਸੀ, ਗਾਮਾ ਸੀ, ਜਿੰਦਾ ਸੀ, ਸੁੱਖਾ ਸੀ, ਇਹਨਾਂ ਨੌਜਵਾਨਾਂ ਨੇ ਕਿਉਂਕਿ ਤੁਸੀਂ ਇਸ ਮੂਵਮੈਂਟ ਦੇ ਵਿੱਚ ਉਸ ਤੋਂ ਬਾਅਦ ਸ਼ਾਮਲ ਹੁੰਦੇ ਹੋ। ਸਰਦਾਰ ਦਲਜੀਤ ਸਿੰਘ ਬਿੱਟੂ ਸੀ ਜਿਹੜੇ, ਜਦੋਂ ਬੈਂਕ ਡਕੈਤੀ ਏਸ਼ੀਆ ਦੀ ਸਭ ਤੋਂ ਵੱਡੀ ਹੁੰਦੀ ਹੈ, ਦਲਜੀਤ ਸਿੰਘ ਬਿੱਟੂ ਦਾ ਜ਼ਿਕਰ ਆਉਂਦਾ ਹੈ। ਕਿਤੇ ਤੁਹਾਨੂੰ ਇਉਂ ਤਾਂ ਨਹੀਂ ਲੱਗਾ? ਮੈਨੂੰ ਕਿਉਂਕਿ ਮੈਂ ਜਿਹੜੇ ਗੁਰਮੀਤ ਸਿੰਘ ਪਿੰਕੀ ਪੁਲਿਸ ਇੰਸਪੈਕਟਰ ਨੇ, ਜਿਹੜੇ ਅੱਜ ਕੱਲ੍ਹ ਸੁਮੇਧ ਸੈਣੀ ਦੇ ਮਗਰ ਲੱਗੇ ਹੋਏ ਨੇ, ਬਲਵੰਤ ਸਿੰਘ ਮੁਤਾਲਿਨ ਦੇ ਕਤਲ ਕੇਸ ਦੇ ਵਿੱਚ ਉਹਨਾਂ ਨੇ ਬਕਾਇਦਾ 164 ਦੇ ਬਿਆਨ ਦਰਜ ਕਰਵਾਏ ਨੇ, ਜਿਹਦੇ ਕਰਕੇ ਉਹਨਾਂ ਤੇ ਜਿਹੜਾ ਕਤਲ ਦਾ ਮੁਕੱਦਮਾ ਦਰਜ ਹੋਇਆ। ਜਿਹੜਾ ਸੁੱਖੀ ਕੈਟ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ, ਪਤਾ ਲੱਗਾ ਸੀ ਕਿ ਦਲਜੀਤ ਸਿੰਘ ਬਿੱਟੂ ਦੇ ਵਿਆਹ ਦੇ ਵਿੱਚ ਆਏ ਸੀ, ਤੁਸੀਂ ਸ਼ਾਮਲ ਸੀ ਉੱਥੇ? ਪਹਿਲਾਂ ਤਾਂ ਵੇਖੋ, ਮੈਂ ਹੁਣ ਇਹ ਔਨ 에ਅਰ ਜਾਂ ਟੀਵੀ ਤੇ ਗੱਲ ਹੋ ਰਹੀ ਹੈ, ਜਿਹੜੀ ਸੁੱਖੀ ਬਾਰੇ ਗੱਲ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਇੱਥੇ ਬਹੁਤੀ ਜ਼ਿਆਦਾ ਖੋਲ ਕੇ ਨਹੀਂ ਕੀਤੀ ਜਾ ਸਕਦੀ ਜੀ। ਤੇ ਬਾਕੀ ਮੈਂ ਸੁੱਖੀ ਨੂੰ ਬਾਈ ਫੇਸ ਨਹੀਂ ਸੀ ਜਾਣਦਾ। ਓਕੇ, ਤੇ ਹੋ ਸਕਦਾ ਉੱਥੇ ਆਏ ਹੋਣ ਦਲਜੀਤ ਸਿੰਘ ਦੇ ਵਿਆਹ ਤੇ, ਬਿਲਕੁਲ ਆਏ ਹੋ ਸਕਦੇ ਨੇ, ਪਰ ਮੈਂ ਉਹਨਾਂ ਨੂੰ ਬਾਈ ਫੇਸ ਨਹੀਂ ਸੀ ਜਾਣਦਾ ਹੈਗਾ ਸੁੱਖੀ ਨੂੰ। ਹਾਂਜੀ, ਮੈਂ ਗੁਰਸ਼ਰਨ ਸਿੰਘ ਗਾਮੇ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ, ਤੇ ਉਹਨਾਂ ਦੀ ਸੱਕੀ ਭਤੀਜੀ ਵੀ ਸੀ ਜਿਹੜੀ ਦਲਜੀਤ ਸਿੰਘ ਨੂੰ ਵਿਆਹੀ ਹੈ, ਬੀਬੀ ਅੰਮ੍ਰਿਤ ਕੌਰ, ਤੇ ਉਹਨਾਂ ਦੇ ਮੈਂ ਪਰਿਵਾਰ ਨੂੰ ਵੀ ਸਾਰਿਆਂ ਨੂੰ ਜਾਣਨਾ, ਤੇ ਪਰ ਮੈਂ ਇਹਨੂੰ ਜਿਹੜਾ ਸੁੱਖੀ ਹੈ ਉਹਨੂੰ ਨਹੀਂ ਜਾਣਦਾ ਜੀ। ਅੱਜ ਬਾਬਾ ਬਖਸ਼ੀਸ਼ ਸਿੰਘ ਦਰ ਦੇ ਲਈ ਆਪਣੇ ਜਿਹੜੇ ਕੀਤੇ ਕੰਮ ਨੇ ਉਹਨਾਂ ਦਾ ਕੋਈ ਪਛਤਾਵਾ ਨਹੀਂ, ਆਪਣੇ ਪਰਿਵਾਰ ਨੂੰ ਆਪਣੀ ਮਿਹਨਤ ਕਰਕੇ ਪਾਲ ਰਹੇ ਆ। ਜਿਹੜਾ ਉਸ ਵੇਲੇ ਗੁਰਸ਼ਨ ਸਿੰਘ ਗਾਮਾ ਤੇ ਦਲਜੀਤ ਸਿੰਘ ਉਹਨਾਂ ਨੇ ਫਾਰਮ ਲਿਆ ਸੀ ਬੜਾ ਵੱਡਾ ਰੂਪੋਸ਼ ਦੇ ਦੌਰਾਨ, ਉਹ ਫਾਰਮ ਰੂਪੋਸ਼ ਦੇ ਦੌਰਾਨ ਕਿਵੇਂ ਲਿਆ ਗਿਆ ਤੇ ਫਾਰਮ ਕਿੱਥੇ ਆ ਹੁਣ? ਕਦੇ ਉਹਨਾਂ ਨੇ ਪੁੱਛਿਆ ਕਿ ਬਾਬਾ ਬਖਸ਼ੀਸ਼ ਸਿੰਘ ਵਰਗੇ ਨੌਜਵਾਨ ਛੋਟੀ ਉਮਰੇ ਸਾਡੀ ਮੂਵਮੈਂਟ ਦੇ ਵਿੱਚ ਸਾਡੇ ਨਾਲ ਤੁਰੇ ਸਨ, ਉਹ ਕਿੱਥੇ ਨੇ ਅੱਜ? ਹਾਂਜੀ, ਪਹਿਲਾਂ ਤਾਂ ਮੈਂ ਵੇਖੋ ਸਿੰਘ ਸਾਹਿਬ, ਜਿੱਦਾਂ ਤੁਸੀਂ ਆਪਣਾ ਇੱਕ ਵਿੱਥ ਹੈਗੀ ਆ ਪੰਜਾਬ ਤੋਂ, ਤੁਸੀਂ ਦੂਜੀ ਧਰਤੀ ਤੇ ਰਹਿੰਦੇ ਹੋ, ਤੇ ਤੁਹਾਡੇ ਕੋਲ ਬੜਾ ਕੁਛ ਜਿਹੜਾ ਨਾ ਅਸਲੀਅਤ ਰੂਪ ਚ ਨਹੀਂ ਪਹੁੰਚਦਾ ਹੈਗਾ ਜੀ। ਇਹ ਫਾਰਮ ਜਿਹੜਾ ਸੀ ਨਾ, ਇਹ ਬਿਲਕੁਲ ਦਰਿਆ ਦੇ ਵਿੱਚ ਜ਼ਮੀਨ ਸੀਗੀ,
ਜੀ ਇਹਦੀ ਕੀਮਤ ਸਾਰੀ ਸੀਗੀ 12 ਤੋਂ 15,000 ਰੁਪਏ ਕਿੱਲਾ, ਜਦੋਂ ਅੱਛਾ ਇਹ ਫਾਰਮ ਲਿਆ ਗਿਆ ਸੀ। ਜੀ ਜੀ ਹੂੰ ਤੇ ਇਹ ਜਿਹੜਾ ਗੁਰਸ਼ਰਨ ਸਿੰਘ ਗਾਮਾ ਸੀਗਾ, ਉਹਨਾਂ ਦੀ ਜ਼ਮੀਨ ਹੈਗੀ ਲੁਧਿਆਣੇ ਦੇ ਬਿਲਕੁਲ ਮੁੱਢ, ਰਤਨਾ ਪਿੰਡ ਪੈਂਦਾ ਹੈ, ਜੀ ਜੋਗਾ ਮਨਸੂਰਾ, ਜੀ ਬਿਲਕੁਲ ਮਤਲਬ ਦਾਦਾ ਪਿੰਡ, ਇਹ ਜਿਹੜਾ ਸ਼ਹਿਰ ਦੇ ਲੁਧਿਆਣੇ ਦੇ ਵਿੱਚ ਆ ਗਿਆ ਹੈ। ਜੀ ਉੱਥੋਂ ਇਹਨਾਂ ਨੇ ਕੁਝ 1 ਜਾਂ 2 1.5 ਕਿੱਲਾ ਜ਼ਮੀਨ ਜਿਹੜੀ ਉੱਥੋਂ ਵੇਚ ਕੇ, ਤਾਂ ਉੱਥੇ ਉਦੋਂ ਜ਼ਮੀਨ ਦਾ ਰੇਟ ਲੱਖਾਂ 'ਚ ਸੀ, ਇਹ ਜ਼ਮੀਨ ਜਿਹੜੀ ਆ ਹਜ਼ਾਰਾਂ 'ਚ ਸੀਗੀ। ਹੂੰ ਜੀ ਤਾਂ ਇੱਥੇ ਕੁਝ ਜ਼ਮੀਨ ਇਹਨਾਂ ਨੇ ਖਰੀਦੀ ਸੀਗੀ ਗੁਰਸ਼ਰਨ ਸਿੰਘ ਗਾਮੇ ਨੇ, ਜੀ ਤਾਂ ਉਹਨੇ ਆਪਣਾ ਪਰਿਵਾਰ ਉੱਥੇ ਰੱਖ ਕੇ ਤੇ ਇਹਨਾਂ ਸਿੰਘਾਂ ਨੂੰ ਪਨਾਹ ਦੇ ਕੇ ਦਲਜੀਤ ਸਿੰਘ ਬਿੱਟੂ ਉਹਨਾਂ ਨੂੰ ਉੱਥੇ ਰੱਖਿਆ ਸੀ, ਜਿੱਥੇ ਹੋਰ ਵੀ ਨਾਮਵਰ ਸਿੰਘ ਜਿਹੜੇ ਨੇ ਉਸ ਟਿਕਾਣੇ ਦੇ ਉੱਤੇ ਰਹੇ ਨੇ। ਤਾਂ ਉਹ ਜ਼ਮੀਨ ਜਿਹੜੀ ਆ, ਜਿਹੜੇ ਦਰਿਆ ਨੇ ਸਮੇਂ ਨਾਲ ਆਪਣਾ ਜਿਹੜਾ ਪਾਸਾ ਪਲਟਦੇ ਨੇ, ਕਿਲੋਮੀਟਰਾਂ ਦੇ ਹਿਸਾਬ ਨਾਲ ਜਾਂਦੇ ਨੇ। ਜਿਹੜੀ ਹਕੀਕਤ ਮੈਂ ਤੁਹਾਨੂੰ ਦੱਸ ਰਿਹਾ, ਜੀ ਬਿਲਕੁਲ ਇਹ ਬਹੁਤ ਜ਼ਮੀਨ ਜ਼ਰੂਰੀ ਹੈ, ਕਿਉਂਕਿ ਜ਼ਮੀਨ ਕਈ ਵਾਰੀ ਦਰਿਆ ਜਿਹੜੀਆਂ ਅਖਬਾਰੀ ਖਬਰਾਂ ਨੇ ਕੁਝ ਹੋਰ ਹੁੰਦੀਆਂ ਨੇ, ਅਸਲੀਅਤ ਜਿਨ੍ਹਾਂ ਨੇ ਸਾਰਾ ਕੁਝ ਆਪ ਵੇਖਿਆ, ਇਸ ਮੂਮੈਂਟ ਦੇ ਵਿੱਚ ਰਹੇ ਨੇ, ਉਹਨਾਂ ਨੂੰ ਉਸ ਬਾਰੇ ਜ਼ਿਆਦਾ ਗਿਆਨ ਹੁੰਦਾ। ਇਸ ਕਰਕੇ ਸਵਾਲ ਤੁਹਾਨੂੰ ਮੈਂ ਜਾਣ ਕੇ ਪੁੱਛਿਆ। ਹਾਂਜੀ, ਕੋਈ ਗੱਲ ਨਹੀਂ ਜੀ, ਸਵਾਲ ਤੁਹਾਡੇ ਜਿਹੜੇ ਬਣਦੇ ਨੇ ਪੁੱਛਣੇ, ਜਾਂ ਤੁਸੀਂ ਇਸ ਉਹ ਚੋਂ, ਜੀ ਤੇ ਉਹ ਕੌਮ ਦੇ ਸਾਹਮਣੇ ਆਉਣੇ ਵੀ ਚਾਹੀਦੇ ਨੇ। ਹੂੰ ਉੱਥੇ ਜਿਹੜੀ ਜ਼ਮੀਨ ਸੀਗੀ ਉਹ ਹਜ਼ਾਰਾਂ 'ਚ ਸੀਗੀ, ਤਾਂ ਪਿੱਛੋਂ ਜਿਹੜੀ ਰਤਨਾ ਤੋਂ ਜ਼ਮੀਨ ਵੇਚੀ ਗਈ, ਉਹ ਜ਼ਮੀਨ ਵੇਚ ਕੇ ਇੱਥੇ ਇੱਕ ਫਾਰਮ ਲਿਆ ਗਿਆ, ਜਿਸ ਫਾਰਮ ਦੇ ਵਿੱਚ ਨਾਮਵਰ ਸਿੰਘ ਰਹੇ, ਤੇ ਭਾਈ ਦਲਜੀਤ ਸਿੰਘ ਬਿੱਟੂ ਵੀ ਉੱਥੇ ਪਨਾਹ ਲੈ ਕੇ ਭਾਈ ਗਾਮੇ ਦੇ ਘਰ ਰਹੇ। ਭਾਈ ਗਾਮੇ ਦਾ ਪਰਿਵਾਰ ਵੀ ਉੱਥੇ ਰਿਹਾ, ਬੱਚੇ ਸੀ ਛੋਟੇ ਛੋਟੇ, ਉਹਨਾਂ ਦੀ ਸਿੰਘਣੀ ਸੀਗੀ, ਤੇ ਉੱਥੇ ਕੌਮ ਦੇ ਹੋਰ ਵੀ ਨਾਮਵਰ ਜਿਹੜੇ ਖਾੜਕੂ ਉਸ ਫਾਰਮ ਦੇ ਉੱਤੇ ਰਹੇ। ਤਾਂ ਉਸ ਤੋਂ ਬਾਅਦ ਇਹ ਮਤਲਬ ਜਿਹੜਾ ਜਦੋਂ ਦਰਿਆ ਛੱਡਦਾ ਆ, ਤਾਂ ਇਹ ਜ਼ਮੀਨ ਜਿਹੜੀ ਆ ਵਾਹੀਯੋਗ ਹੋ ਗਈ। ਤਾਂ ਇਹ ਲਗਾਤਾਰ ਉੱਥੇ ਜਿਹੜੀ ਗੰਨੇ ਦੀ ਫਸਲ ਕਰਦੇ ਰਹੇ। ਤਾਂ ਇਹਨਾਂ ਨੇ ਦਰਿਆ ਦੇ ਵਿੱਚ ਹੀ ਜ਼ਮੀਨ ਬਹੁਤ ਜ਼ਿਆਦਾ ਖਰੀਦੀ ਸੀ, ਕੋਈ ਲਗਭਗ 50-60 ਏਕੜ ਜ਼ਮੀਨ। ਜੀ ਤਾਂ ਉਸ ਤੋਂ ਬਾਅਦ ਇੱਥੇ ਜਦੋਂ ਇਹ ਜੇਲ੍ਹ ਦੇ 13 ਸਾਲ ਲਗਭਗ ਬਾਈ ਗਾਮੇ ਹੁਣਾਂ ਨੇ ਜੇਲ੍ਹ ਕੱਟੀ ਹੈ, ਤਾਂ ਉਹਦੇ ਦੌਰਾਨ ਇਹਨਾਂ ਨੇ ਇੱਕ ਉੱਥੇ ਮਤਲਬ ਕਿਸੇ ਨਾਲ ਰਲ ਕੇ ਕ੍ਰੈਸ਼ਰ ਲਾਇਆ ਸੀ। ਉਸ ਜੀ ਤੋਂ ਅੱਗੇ ਫਿਰ ਜਿਹੜੀ ਉਹ ਜ਼ਮੀਨ ਬਣਦੀ ਗਈ, ਉਹਦੇ ਵਿੱਚ ਖਾੜਕੂ ਸੰਘਰਸ਼ ਦਾ ਕੋਈ ਪੈਸਾ ਨਹੀਂ ਲੱਗਾ, ਤੇ ਉੱਥੇ ਉਹ ਜਿਹੜੀ ਜ਼ਮੀਨ ਆ ਉਹ ਗੁਰਚਰਨ ਸਿੰਘ ਗਾਮੇ ਦੀ ਹੋਈ ਹੈ। ਉਹਦੇ ਵਿੱਚ ਦਲਜੀਤ ਸਿੰਘ ਦਾ ਇੱਕ ਕਨਾਲ ਵੀ ਜ਼ਮੀਨ ਦੀ ਨਹੀਂ ਹੈਗੀ। ਮੈਂ ਪਹਿਲਾਂ ਵੀ ਕਿਸੇ ਚੈਨਲ ਤੇ ਆ ਕੇ ਬੇਨਤੀ ਕੀਤੀ ਸੰਗਤ ਨੂੰ, ਜੇ ਕਿਸੇ ਕੋਲ ਇਹਦੇ ਸਬੂਤ ਹੈ ਨੇ ਤਾਂ ਉਹ ਜ਼ਰੂਰ ਪੇਸ਼ ਕਰੇ, ਨਹੀਂ, ਜ਼ਰੂਰ। ਅਸੀਂ ਉਹਦੇ ਦੇਣਦਾਰ ਹੋਵਾਂਗੇ। ਬਹੁਤ ਤਾਂ ਉਹ ਧੰਨਵਾਦ। ਜਿਹੜੀ ਜੇ ਕੋਈ ਦਲਜੀਤ ਸਿੰਘ ਦੇ ਨਾਂ ਕੋਈ ਕੱਢ ਕੇ ਲਿਆਉਂਦਾ ਆ, ਤਾਂ ਉਹ ਜ਼ਮੀਨ ਅਸੀਂ ਪੰਥ ਨੂੰ ਦੇ ਦਿਆਂਗੇ। ਜੀ ਜੀ ਬਖਸ਼ੀਸ਼ ਸਿੰਘ ਵੀਰ ਜੀ, ਇੱਕ ਹੋਰ ਗੱਲ ਤੁਹਾਤੋਂ ਜਾਣਨਾ ਚਾਹੁੰਦੇ ਆ। ਜਦੋਂ ਡਾਕੇ ਦੀ ਗੱਲ ਹੁੰਦੀ ਆ, ਬੈਂਕ ਡਾਕੇ ਦੀ ਗੱਲ ਹੁੰਦੀ ਆ, ਇੰਨੀ ਉਹ ਸੂਝਤਾ ਦੇ ਨਾਲ ਜਿਹੜਾ ਡਾਕਾ ਮਾਰਿਆ ਗਿਆ ਸੀ ਕਿ ਲੋਕੀ ਹੈਰਾਨ ਸੀ ਕਿ ਕੋਈ ਕਿਸੇ ਨੂੰ ਕੁਝ ਕਿਹਾ ਨਹੀਂ, ਕੋਈ ਲੜਾਈ ਨਹੀਂ ਹੋਈ, ਕੋਈ ਗੋਲੀ ਨਹੀਂ ਚੱਲੀ, ਕਿਸੇ ਨੂੰ ਕੁੱਟਿਆ ਮਾਰਿਆ ਨਹੀਂ, ਤੇ ਬੜੀ ਸਹਿਜਤਾ ਦੇ ਨਾਲ ਉਹ ਡਾਕਾ ਮਾਰ ਲਿਆ ਗਿਆ ਔਰ ਉਸ ਦੀ ਬੜੀ ਚਰਚਾ ਹੋਈ। ਤੇ ਉਸ ਡਾਕੇ ਤੋਂ ਬਾਅਦ ਲੋਕਾਂ ਨੇ ਵੀ ਸਿੱਖਿਆ ਕਿ ਡਾਕਾ ਮਾਰਨਾ ਅਸਲ ਦੇ ਵਿੱਚ ਕਿੱਦਾਂ ਆ। ਸੋ ਥੋੜਾ ਜਿਹਾ ਉਸ ਦੇ ਬਾਰੇ ਦੱਸੋ ਕਿ ਉਹ ਜਿਹੜੇ ਇੰਨੇ ਪੈਸੇ ਸੀ ਉਹ ਕਿੱਥੇ ਗਏ, ਕਿਉਂਕਿ ਜੇ ਗੱਲ ਕਰੀਏ ਦਲਜੀਤ ਸਿੰਘ ਬਿੱਟੂ ਹੁਣਾਂ ਤੇ ਵੀ ਲੋਕੀ ਇਲਜ਼ਾਮ ਲਾਉਂਦੇ ਨੇ, ਔਰ ਅਕਸਰ ਜਦੋਂ ਇਹੋ ਜੀ ਕੋਈ ਮੁਹਿੰਮ ਚੱਲਦੀ ਆ, ਇਹਦੇ ਵਿੱਚ ਕੁਝ ਇੱਕ ਇਹੋ ਜਿਹੇ ਵੀ ਲੋਕ ਹੁੰਦੇ ਜਿਹੜੇ ਹਰ ਇੱਕ ਗੱਲ ਦੇ ਵਿੱਚ ਕਿੰਤੂ ਪਰੰਤੂ ਕਰਦੇ ਆ। ਸੋ ਅਸੀਂ ਤੁਹਾਡੇ ਤੋਂ ਸੱਚ ਜਾਣਨਾ ਚਾਹਾਂਗੇ। ਜੀ ਭੈਣ ਜੀ, ਇਦਾਂ ਆ ਕਿ ਜਿਹੜਾ ਇਹ ਰਕਮ ਸੀਗੀ, ਇਹ ਲੋਕਾਂ ਲਈ ਬਹੁਤ ਵੱਡੀ ਰਕਮ ਹੈ, ਪਰ ਮੂਵਮੈਂਟ ਲਈ ਕੁਝ ਵੀ ਰਕਮ ਨਹੀਂ ਸੀ ਹੈਗੀ। ਇਹ ਮਾਈਨਸ ਪੁਆਇੰਟ ਤੇ ਸੀਗੀ। ਜੀ ਜੀ ਖਾੜਕੂ ਸੰਘਰਸ਼ ਜਿਹੜਾ ਸੀ ਉਹ ਇੱਕ ਵੱਡੀ ਹਕੂਮਤ ਦੇ ਖਿਲਾਫ ਲੜਿਆ ਗਿਆ, ਤੇ ਉਹਦੇ ਅਥਾਹ ਹੀ ਖਰਚੇ ਸਨ। ਤੇ ਦੂਜੀ ਗੱਲ ਜਿਹੜੀ ਆ, ਇਹ ਜਿਹੜਾ ਡਾਕਾ ਸੀ, ਇਹ ਭਾਈ ਦਲਜੀਤ ਸਿੰਘ ਹੁਣਾਂ ਦੀ ਅਗਵਾਈ 'ਚ ਨਹੀਂ ਸੀ ਵੱਜਾ ਡਾਕਾ। ਇਹ ਡਾਕਾ ਜਨਰਲ ਲਾਭ ਸਿੰਘ ਹੁਣਾਂ ਦੀ ਅਗਵਾਈ ਹੇਠ ਵੱਜਿਆ ਸੀ, ਤੇ ਇਹਦੇ ਪੈਸੇ ਦੇ ਸਾਰੇ ਜਿਹੜੇ ਜ਼ਿੰਮੇਵਾਰ ਸਨ ਉਹ ਜਨਰਲ ਲਾਭ ਸਿੰਘ ਸਨ। ਉਹਨਾਂ ਦੀ ਅਗਵਾਈ 'ਚ ਡਾਕਾ ਵੱਜਾ ਸੀ, ਤੇ ਉਹਨਾਂ ਦੀ ਦੇਖ ਰੇਖ ਹੇਠ ਇਹ ਪੈਸਾ ਸੀ। ਇਹਦੇ ਵਿੱਚੋਂ ਬਹੁਤ ਵੱਡੀ ਰਕਮ ਜਿਹੜੀ ਉਹਦੇ ਮਤਲਬ ਜਿਹੜੀ ਖਾੜਕੂ ਸੰਘਰਸ਼ ਲਈ ਹਥਿਆਰ ਖਰੀਦੇ ਗਏ, ਤੇ ਕੁਝ ਜਿਹੜੇ ਸੀ ਉਹ ਵੱਖ-ਵੱਖ ਜਥੇਬੰਦੀਆਂ ਨੂੰ ਵੀ ਪੈਸਾ ਜਿਹੜਾ ਇਹ ਦਿੱਤਾ ਗਿਆ। ਅਲੱਗ-ਅਲੱਗ ਜਿਹੜੇ ਗਰੁੱਪ ਸਨ ਉਹਨਾਂ ਨੂੰ ਵੀ ਪੈਸਾ ਦਿੱਤਾ ਗਿਆ। ਯਾਨੀ ਕਿ ਕੁਝ ਗੱਲਾਂ ਇਦਾਂ ਦੀਆਂ ਨੇ ਜਿਹੜੀ ਥਿਊਰੀਕਲੀ ਨੇ, ਉਹ ਇਸ ਤਰ੍ਹਾਂ ਨਹੀਂ ਰੱਖੀਆਂ ਜਾ ਸਕਦੀਆਂ। ਬਾਕੀ ਇਹ ਪੈਸੇ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਉਹ ਜਨਰਲ ਲਾਭ ਸਿੰਘ ਦੀ ਸੀਗੀ, ਨਾ ਕਿ ਦਲਜੀਤ ਸਿੰਘ ਦੀ। ਇਹਦੇ ਵਿੱਚ ਤੁਸੀਂ ਮੈਂ ਦੇਖਿਆ ਹੈ ਕਿ AK-47 ਤੇ ਹੋਰ ਬੜੇ ਮਾਰੂ ਹਥਿਆਰ ਸਾਰੇ ਸਨ। ਇਹ ਹਥਿਆਰ ਆਉਂਦੇ ਕਿੱਥੋਂ ਸਨ?
ਥੋੜਾ ਜਿਹਾ ਆਮ ਜਨਤਾ ਨੂੰ ਵੀ ਪਤਾ ਲੱਗੇ ਕਿ ਹਥਿਆਰ ਕਿਸੇ ਇੱਕ ਪਾਸੇ ਰੱਖੇ ਹੋਏ ਸੀ, ਸਟਾਕ ਕਰਕੇ ਉੱਥੋਂ ਬਾਈ ਕਰਦੇ ਸੀ, ਜਾਂ ਕੋਈ ਮੁਲਕ ਤੁਹਾਨੂੰ ਭੇਜਦਾ ਸੀ? ਹਥਿਆਰ ਸਾਰੇ ਕਿੱਥੋਂ ਆਉਂਦੇ ਸੀ? ਨਹੀਂ ਖੈਰ, ਇਹ ਤੇ ਗੱਲ ਜਿਹੜੀ ਆ ਮਤਲਬ ਕਿ ਸਾਡੀ ਜਿਹੜੇ ਕੋਈ ਭਾਈਚਾਰਾ ਸਾਡੀ ਮਦਦ ਕਰਦਾ ਉਹਦੇ ਅਗੇਂਸਟ ਜਾ ਸਕਦੀ ਆ। ਜੀ ਇਹ ਗੱਲ ਨਹੀਂ ਓਪਨ ਕੀਤੀ ਜਾ ਸਕਦੀ, ਪਰ ਹਥਿਆਰ ਜ਼ਰੂਰ ਬਾਹਰੋਂ ਖਰੀਦੇ ਜਾਂਦੇ ਸੀਗੇ ਤੇ ਜੀ ਉਹ ਬੜੇ ਮਹਿੰਗੇ ਹਥਿਆਰ ਖਰੀਦੇ ਜਾਂਦੇ ਸੀ। ਤੇ ਕੁਝ ਸਮਾਂ ਐਵੇਂ ਦਾ ਵੀ ਆਇਆ ਜਦੋਂ ਮਤਲਬ ਸਾਡੀ ਮਦਦ ਵੀ ਹੋਈ ਹਥਿਆਰਾਂ ਦੀ, ਪਰ ਸ਼ੁਰੂਆਤ 'ਚ ਸਾਨੂੰ ਮਹਿੰਗੇ ਭਾਅ ਖਰੀਦਣੇ ਪਏ ਹਨ। ਹੂੰ ਅੱਛਾ ਵੀਰ ਜੀ, ਇੱਕ ਹੋਰ ਗੱਲ ਆ, ਜਦੋਂ ਖਾੜਕੂਵਾਦ ਦੀ ਲਹਿਰ ਚੱਲਦੀ ਸੀ ਤੇ ਜਿਹੜੇ ਜੁਝਾਰੂ ਸਿੰਘ ਸੀ, ਜਿਹੜੇ ਆਪਣੇ ਵਾਕਿਆ ਹੀ ਆਪਣੇ ਧਰਮ ਦੇ ਉੱਤੇ ਸਾਡੇ ਉਸ ਦਰਬਾਰ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਣ ਦਾ ਰੋਸ ਸੀ ਉਹਨਾਂ ਦੇ ਦਿਲ ਵਿੱਚ, ਆਪਣੇ ਉਸ ਹਕੂਮਤ ਦੇ ਨਾਲ ਮੱਥਾ ਲਾਇਆ ਸੀ, ਉਸੇ ਹੀ ਲਹਿਰ ਦੇ ਵਿੱਚ ਕੁਝ ਇਹੋ ਜਿਹੇ ਨੌਜਵਾਨ ਸੀ ਜਿਹੜੇ ਖਾੜਕੂਵਾਦ ਦਾ ਆਸਰਾ ਲੈ ਕੇ ਲੁੱਟਾਂ ਖੋਹਾਂ ਕਰਦੇ ਸੀ, ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖੇਲਦੇ ਸੀ, ਖਰਾਬੀ ਕਰਦੇ ਸੀ। ਸੋ ਇਹੋ ਜਿਹੇ ਗਰੁੱਪਾਂ ਦਾ ਵੀ ਕੋਈ ਤੁਹਾਡੇ ਸਾਹਮਣੇ ਆਇਆ ਸੀ ਕਿ ਜਿਨ੍ਹਾਂ ਦਾ ਪਰਦਾ ਤੁਸੀਂ ਫਾਸ਼ ਕੀਤਾ ਹੋਵੇ, ਜਾਂ ਉਹਨਾਂ ਦੇ ਨਾਲ ਤੁਹਾਡੀ ਕੋਈ ਇਹੋ ਜਿਹੀ ਮੁੱਠਭੇੜ ਹੋਈ ਹੋਵੇ, ਗੱਲਬਾਤ ਹੋਈ ਹੋਵੇ, ਤੁਹਾਡੇ ਸਾਹਮਣੇ ਉਹਨਾਂ ਦਾ ਸੱਚ ਆਇਆ ਹੋਵੇ? ਹਾਂਜੀ ਹਾਂਜੀ, ਬਿਲਕੁਲ। ਇਹ ਤਾਂ ਹੁਣ ਇਹ ਆ ਕਿ ਮੈਂ ਹੁਣ ਸਾਡੇ ਪਹਿਲਾਂ ਹੀ ਬੜੀ ਦੁਸ਼ਮਣੀ ਆ ਤੇ ਅਸੀਂ ਇਕੱਲੇ ਆਪਣੇ ਘਰਾਂ 'ਚ ਰਹਿ ਰਹੇ ਹਾਂ, ਸਾਡੇ ਕਈ ਬੰਦਿਆਂ ਦਾ ਨੁਕਸਾਨ ਵੀ ਹੋਇਆ ਆ। ਤਾਂ ਇਹ ਗੱਲ ਬਿਲਕੁਲ ਠੀਕ ਹੈ ਤੁਹਾਡੀ ਕਿ ਇਸ ਮੂਮੈਂਟ ਦੇ ਵਿੱਚ ਸਵਾਰਥੀ ਤੇ ਡਾਕੂ, ਚੋਰ, ਲਟੇਰੇ, ਬਦਮਾਸ਼ ਐਵੇਂ ਦੇ ਕਾਫੀ ਗਰੁੱਪ ਸਨ ਜਿਨ੍ਹਾਂ ਨੇ ਇਸ ਸਪੇਸ ਦੇ ਵਿੱਚ ਬੜੀਆਂ ਘਿਨਾਉਣੀਆਂ ਜਿਹੜੀਆਂ ਕਾਰਵਾਈ ਕੀਤੀਆਂ, ਜਿਹਦੇ ਵਿੱਚ ਭੂਲੇ ਨਿਹੰਗ ਵਰਗੇ ਦੇ ਬੰਦੇ ਕੁਛ, ਜਾਂ ਉਹ ਜਿਹੜੇ ਉਹ ਇਜ਼ਹਾਰ ਹੁਣਾਂ ਨੇ ਇੱਕ ਕੈਟ ਸਿਸਟਮ ਸ਼ੁਰੂ ਕੀਤਾ ਸੀ, ਉਹ ਬੰਦਿਆਂ ਨੇ ਜਾ ਕੇ ਸਾਡੇ ਸਿੱਖ ਪਰਿਵਾਰਾਂ ਤੋਂ ਹਥਿਆਰ ਖੋਏ, ਉਹਨਾਂ ਤੋਂ ਪੈਸੇ ਲਏ, ਸੋਨਾ ਲੁੱਟਿਆ। ਇਹ ਜਿਹੀਆਂ ਹਰਕਤਾਂ ਬੜੇ ਵੱਡੇ ਪੱਧਰ ਤੇ ਹੋਈਆਂ ਨੇ ਤੇ ਖਾੜਕੂ ਸਿੰਘਾਂ ਨੇ ਉਹਨਾਂ ਨੂੰ ਬਣਨ ਦੀ ਸਜ਼ਾ ਵੀ ਦਿੱਤੀ ਆ, ਮੌਤ ਦੇ ਘਾਟ ਵੀ ਉਤਾਰੇ ਨੇ। ਤੇ ਪਰ ਉਹ ਹੁਣ ਜਿੱਦਾਂ ਨਸ਼ਰ ਨਹੀਂ ਕੀਤੇ ਜਾ ਸਕਦੇ, ਕੁਛ ਗੱਲਾਂ ਜਿਹੜੀਆਂ ਨੇ ਉਹ ਐਵੇਂ ਹੀ ਰਹਿ ਜਾਣੀਆਂ ਨੇ। ਪਰ ਇਹ ਗੱਲ ਸੱਚ ਸੀ ਕਿ ਕਾਫੀ ਹਿੱਸਾ ਸੀ ਐਵੇਂ ਦਾ ਜਿਹਨੇ ਇਸ ਲਹਿਰ ਨੂੰ ਬਦਨਾਮ ਕਰਨ ਲਈ ਬਹੁਤ ਅੱਡੀ ਚੋਟੀ ਦਾ ਜ਼ੋਰ ਲਾਇਆ ਤੇ ਹਕੂਮਤ ਨੇ ਵੀ ਉਹਨਾਂ ਦਾ ਗਾਹੇ ਬਗਾਏ ਸਾਥ ਦਿੱਤਾ ਜੀ। ਓਕੇ, ਇੱਕ ਥੋੜਾ ਜਿਹਾ ਦੱਸਿਓ ਉਹਨਾਂ ਦਿਨਾਂ ਦੇ ਵਿੱਚ, ਕਿਉਂਕਿ ਅਸੀਂ ਖੁਦ ਅਖਬਾਰਾਂ ਦੇ ਵਿੱਚ ਪੜ੍ਹਦੇ ਸੀ, ਦੇਖਦੇ ਸੀ, ਪਤਾ ਲੱਗਦਾ ਸੀ ਕਿ ਅੱਜ ਬਠਿੰਡਿਓਂ ਪਟਿਆਲੇ ਚੱਲੇ ਆ, ਰਸਤੇ 'ਚ ਕਹਿੰਦੇ ਸੀ ਕਿ ਅੰਮ੍ਰਿਤਸਰ ਤੋਂ ਕੋਈ ਬੱਸ ਆਉਂਦੀ ਸੀ, ਉਸ ਬੱਸ ਨੂੰ ਅਗਵਾ ਕਰਕੇ 10 ਹਿੰਦੂ ਮਾਰ ਦਿੱਤੇ, 15 ਹਿੰਦੂ ਮਾਰ ਦਿੱਤੇ, ਜਾਂ ਕਿਸੇ ਮੰਦਿਰ ਦੇ ਵਿੱਚ ਗਊ ਦੀਆਂ ਪੂਛਾਂ ਸੁੱਟ ਦਿੱਤੀਆਂ। ਇਹ ਖਾੜਕੂਵਾਦਾਂ ਦੀ ਸਟ੍ਰੈਟਜੀ ਸੀ, ਪਲਾਨਿੰਗ ਸੀ, ਜਾਂ ਇਹਨੂੰ ਬਦਨਾਮ ਕਰਨ ਲਈ ਕੁਝ ਕੀਤਾ ਜਾ ਰਿਹਾ ਸੀ? ਅਸਲੀਅਤ ਕੀ ਸੀ ਇਹਦੇ ਵਿੱਚ? ਨਹੀਂ ਜੀ ਨਹੀਂ, ਇਦਾਂ ਦੀ ਬਿਲਕੁਲ ਹੀ ਮੈਂ ਇਸ ਗੱਲ ਨੂੰ ਮੂਲੋਂ ਰੱਦ ਕਰਦਾ ਜੀ। ਇਹ ਜੀ ਕਦੀ ਮੇਰੀ ਜਿਹੜੀ ਮਤਲਬ ਕਿ ਲੰਮਾ ਸਮਾਂ ਮੈਂ ਇੱਕ ਲਗਭਗ ਜਨਮ ਹੀ ਮੇਰਾ ਇਹ ਮੂਮੈਂਟ ਦੇ ਵਿੱਚ ਹੋਇਆ ਹੈ ਜੀ। ਤੇ ਮੇਰਾ ਪਟਿਆਲਾ ਜ਼ਿਲ੍ਹਾ ਆ ਤੇ ਮੈਂ ਪੂਰੇ ਪਟਿਆਲਾ, ਸੰਗਰੂਰ ਤੇ ਬਰਨਾਲਾ ਅੱਗੇ ਤੋੜ ਤੱਕ ਮਤਲਬ ਕਿਤੇ ਵੀ ਅਜਿਹੀ ਕੋਈ ਸਾਡੇ ਸਾਹਮਣੇ ਇਵੇਂ ਦੀ ਘਟਨਾ ਨਹੀਂ ਵਾਪਰੀ ਕਿ ਜਿਹੜਾ ਸੀ ਇੱਕ ਖਾਸ ਭਾਈਚਾਰੇ ਦੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਹੋਏ ਜਾਂ ਕਿਸੇ ਨੂੰ ਮੌਤ ਦੇ ਘਾਟ ਉਤਾਰਿਆ ਹੋਏ। ਇਹ ਬਿਲਕੁਲ ਗਲਤ ਗੱਲ ਸੀ। ਸਜ਼ਾ ਬਰਾਬਰ ਦਿੱਤੀ ਗਈ ਹੈ, ਚਾਹੇ ਉਹ ਸਿੱਖ ਸੀ, ਚਾਹੇ ਉਹ ਹਿੰਦੂ ਸੀ, ਚਾਹੇ ਈਸਾਈ ਸੀ। ਜਿੰਨੇ ਵੀ ਉਸ ਸੰਘਰਸ਼ ਦੇ ਖਿਲਾਫ, ਉਸ ਲਹੂ ਡੋਲਵੀਂ ਲੜਾਈ ਦੇ ਵਿੱਚ ਕੋਈ ਗਲਤ ਕੰਮ ਕੀਤੇ ਨੇ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਨੇ। ਉਹਦਾ ਧਰਮ ਜਾਂ ਉਹਦਾ ਸਰੂਪ ਵੇਖ ਕੇ ਨਹੀਂ ਦਿੱਤੀਆਂ ਗਈਆਂ। ਜੇ ਧਰਮ ਜਾਂ ਸਰੂਪ ਵੇਖ ਕੇ ਸਜ਼ਾ ਦਿੱਤੀ ਜਾਂਦੀ ਤੇ ਫਿਰ ਬੇਅੰਤ ਸਿੰਘ ਨੂੰ ਕਿਸੇ ਵੀ ਕਦੀ ਮਾਰਿਆ ਨਹੀਂ ਸੀ ਜਾ ਸਕਦਾ। ਸੋ ਇਹਦੇ ਵਿੱਚ ਇਹ ਧਰਮ, ਜਾਤ, ਨਸਲ, ਰੰਗ ਭੇਦ ਕੁਛ ਨਹੀਂ ਸੀ ਹੈਗਾ। ਇਹ ਲੜਾਈ ਜਿਹੜੀ ਬਿਲਕੁਲ ਸਿਧਾਂਤਾਂ ਤੇ ਲੜੀ ਗਈ ਸੀ, ਇਹ ਜ਼ੁਲਮ ਦੇ ਖਿਲਾਫ ਸੀ ਤੇ ਕੋਈ ਇਹਦੇ ਵਿੱਚ ਇਹ ਨਹੀਂ ਸੀ ਤੈਅ ਕੀਤਾ ਜਾਂਦਾ ਵੀ ਹਿੰਦੂ, ਕਿਉਂਕਿ ਜਿਹੜੀ ਕੌਮ ਹੀ ਸਰਬੱਤ ਦਾ ਭਲਾ ਮੰਗਦੀ, ਉਹ ਇਸ ਤਰ੍ਹਾਂ ਕਿਸੇ ਨੂੰ ਕਿਵੇਂ ਟਾਰਗੇਟ ਕਰ ਸਕਦੀ ਹੈ। ਖੈਰ, ਸਾਨੂੰ ਬਦਨਾਮ ਕਰਨ ਲਈ ਬੜਾ ਕੁਝ ਹੋਇਆ ਹੈ। ਸਾਡੇ ਕੋਲ ਇੱਦਾਂ ਦੇ ਕੋਈ ਸੋਰਸ ਨਹੀਂ ਸਨ ਜਿਹੜਾ ਅਸੀਂ ਆਪਣਾ ਸੱਚ ਉਸ ਟਾਈਮ ਬਿਆਨ ਕਰ ਸਕਦੇ, ਕਿਉਂਕਿ ਸਾਨੂੰ ਤੇ ਆਪਣਾ ਆਪ ਹੀ ਚੁੱਕ ਕੇ ਤੁਰਨਾ ਔਖਾ ਸੀ। ਇੰਨੇ ਵੱਡੇ ਮਾੜੇ ਹਾਲਾਤਾਂ ਦੇ ਵਿੱਚ ਜਦ ਆਰਮੀ ਲੱਗੀ ਹੋਏ ਪੰਜਾਬ 'ਚ, ਸਾਡੇ ਪਰਿਵਾਰ ਖੇਰੂ ਖੇਰੂ ਹੋ ਜਾਣ, ਪੰਜਾਬ ਦੀ ਪੱਕ ਲੁੱਟੀ ਜਾਂਦੀ ਹੋਵੇ, ਪੱਗ ਲੈਂਦੀ ਹੋਏ, ਉਹਨਾਂ ਹਾਲਾਤਾਂ ਦੇ ਵਿੱਚ ਸਾਡੇ ਕੋਲ ਐਵੇਂ ਦਾ ਸਮਾਂ ਨਹੀਂ ਸੀ ਕਿ ਅਸੀਂ ਆਪਣਾ ਕੋਈ ਪੱਖ ਪੇਸ਼ ਕਰਦੇ ਤੇ ਸਾਡੇ ਕੋਲ ਕੋਈ ਸਟਰੋਂਗ ਮੀਡੀਆ ਨਹੀਂ ਸੀ ਹੈਗਾ। ਇਹ ਸਾਡੀ ਮਤਲਬ ਬੜੀ ਵੱਡੀ ਇੱਕ ਘਾਟ ਰਹੀ ਹੈ ਸਾਨੂੰ
ਕਿ ਅਸੀਂ ਆਪਣੀ, ਸਾਡੇ ਕੋਈ ਅਖਬਾਰ ਨਹੀਂ ਸੀ ਤੇ ਜੀ ਕੋਈ ਸਾਡੇ ਕੋਲ ਇਦਾਂ ਦੀ ਗੱਲ ਨਹੀਂ ਸੀ ਆਪਣਾ ਅਸੀਂ ਪੱਖ ਮਜ਼ਬੂਤੀ ਨਾਲ ਪੇਸ਼ ਕਰ ਸਕਦੇ, ਜਿਹੜਾ ਅਸੀਂ ਕੋਈ ਵੀ ਇਦਾਂ ਦਾ ਕੰਮ ਪੰਜਾਬ 'ਚ ਹੁੰਦਾ ਸੀ ਜੀ। ਜੀ ਵੀਰ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਖਾੜਕੂਵਾਦ ਦੇ ਸਮੇਂ 'ਚ ਜਿਹੜੇ ਖੂਹਾਂ ਤੇ ਦੂਰ ਦਰਾਡੇ ਪਿੰਡਾਂ ਤੋਂ ਬਾਹਰ ਪਰਿਵਾਰ ਰਹਿੰਦੇ ਸੀ ਤੇ ਅਕਸਰ ਜੁਝਾਰੂ ਸਿੰਘ ਉੱਥੇ ਆ ਜਾਂਦੇ ਸੀ, ਕਈ ਵਾਰੀ ਸ਼ਰਨ ਲੈਣ, ਫੁਲਕਾ ਪ੍ਰਸ਼ਾਦਾ ਛਕਣ ਆ ਜਾਂਦੇ ਸੀ ਤੇ ਕਈ ਵਾਰੀ ਬਾਅਦ ਵਿੱਚ ਜਦੋਂ ਮੁਖਬਰੀ ਹੋ ਜਾਂਦੀ ਸੀ ਉਹਨਾਂ ਪਰਿਵਾਰਾਂ ਤੇ ਬੜੇ ਤਸ਼ੱਦਦ ਕੀਤੇ ਜਾਂਦੇ ਸੀ। ਔਰ ਇਸ ਤੋਂ ਇਲਾਵਾ ਔਰ ਕਈ ਜਿਹੜੇ ਉਸ ਸਮੇਂ ਦੇ ਜਿਹੜੇ ਜੁਝਾਰੂ ਸਿੰਘ ਸੀ ਉਹ ਪੁਲਿਸ ਦੇ ਹੱਥ ਵੀ ਆ ਗਏ ਸੀ ਤੇ ਉਹਨਾਂ ਵਿੱਚੋਂ ਕਾਫੀ ਪੁਲਿਸ ਦੇ ਕੈਟ ਵੀ ਬਣ ਗਏ ਸੀ। ਸੋ ਇਹੋ ਜਿਹੇ ਤੁਹਾਨੂੰ ਤੁਹਾਡੀ ਮੂਵਮੈਂਟ ਦੇ ਵਿੱਚ ਪੁਲਿਸ ਦੇ ਨਾਲ ਰਲੇ ਹੋਏ ਵੀ ਕਦੇ ਆਏ ਸੀ ਸਿੰਘ, ਜਿਹੜੇ ਕਿ ਪੁਲਿਸ ਦੇ ਕੈਟ ਬਣ ਚੁੱਕੇ ਸੀ ਤੇ ਉਹ ਮੂਵਮੈਂਟ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ? ਇਹੋ ਜਿਹੇ ਲੋਕਾਂ ਦਾ ਕਦੇ ਤੁਹਾਡੇ ਨਾਲ ਕੋਈ ਆਮਣਾ ਸਾਹਮਣਾ ਜਾਂ ਤੁਹਾਡੀ ਮੂਵਮੈਂਟ ਦੇ ਵਿੱਚ ਕੋਈ ਇਹੋ ਜਿਹਾ ਹੋਇਆ, ਉਹਦੇ ਬਾਰੇ ਦੱਸੋ ਸਾਨੂੰ। ਹਾਂਜੀ ਬਿਲਕੁਲ, ਆਪਣੇ ਸਾਹਮਣੇ ਹੈ। ਪਿੰਕੀ ਹੁਣੀ ਜਿਹੜੇ ਨੇ ਪਹਿਲਾਂ ਮੂਵਮੈਂਟ ਦਾ ਹਿੱਸਾ ਹੀ ਸੀਗੇ, ਬਾਅਦ 'ਚ ਕੈਟ ਬਣੇ ਨੇ ਜੀ ਜੀ ਤੇ ਹੋਰ ਵੀ ਬੜੇ ਸਨ ਇਦਾਂ ਦੇ, ਜੀ ਜਿਹੜੇ ਹੁਣ ਕਈ ਵਾਰੀ ਆਪਾਂ ਨਹੀਂ ਜ਼ਿਕਰ ਕਰ ਸਕਦੇ। ਬੜੇ ਬੰਦੇ ਸਨ ਜਿਹੜੇ ਇਸ ਤਰ੍ਹਾਂ ਸੀਗਾ ਕਿ ਕੁਝ ਬੰਦੇ ਹਕੂਮਤ ਦਾ ਜਿਹੜਾ ਕਹਿਰ ਸੀ ਉਹ ਨਹੀਂ ਜਰ ਸਕੇ, ਤਾਂ ਉਹਨਾਂ ਨੇ ਇੱਕ ਤਾਂ ਕੈਟ ਜਾ ਕੇ ਸਾਡੇ ਨਾਲ ਸਪੈਸ਼ਲੀ ਮਤਲਬ ਜੰਗ ਲੜਨ ਦੇ ਤਹੀਏ ਨਾਲ ਜਿਹੜੇ ਉਹ ਕੈਟ ਬਣੇ। ਇੱਕ ਜਿਹੜੇ ਸੀ ਉਹ ਇਸ ਕਰਕੇ ਕੈਟ ਬਣੇ ਕਿ ਉਹਨਾਂ ਤੋਂ ਇਹ ਤਸ਼ੱਦਦ ਹੀ ਨਹੀਂ ਝੱਲਿਆ ਗਿਆ, ਉਹ ਮਤਲਬ ਕਿ ਡੋਲ ਗਏ ਤੇ ਉਸ ਅਵਸਥਾ 'ਚ ਵੀ ਉਹਨਾਂ ਨੇ ਮਤਲਬ ਕਿ ਉਹ ਹਕੂਮਤ ਦਾ ਸਾਥ ਦਿੱਤਾ ਹੈ। ਇਹ ਦੋ ਗੱਲਾਂ ਵੱਖ-ਵੱਖ ਸੀਗੀਆਂ, ਇੱਕ ਸੀਗਾ ਕੈਟ ਬਣਨਾ, ਇੱਕ ਸੀਗਾ ਕਿ ਕੈਟ ਬਣਾ ਲਿਆ ਜਾਣਾ। ਉਹ ਬੰਦੇ ਨੇ ਮਾਨਸਿਕ ਤੌਰ ਤੇ ਹਾਰ ਜਾਣਾ, ਮਨੋਬਲ ਡਿੱਗ ਜਾਣਾ, ਜਾਂ ਵਾਹਿਗੁਰੂ ਦੀ ਕਿਰਪਾ ਉੱਤੇ ਨਾ ਰਹਿਣੀ। ਉਹ ਭਰਾ ਵੀ ਸਾਡੇ ਕਈ ਡੋਲ ਗਏ ਤੇ ਡੋਲ ਕੇ ਵੀ ਉਹਨਾਂ ਨੇ ਨੁਕਸਾਨ ਜਿਹੜਾ ਉਹ ਮੂਵਮੈਂਟ ਦਾ ਕਰਾਇਆ ਜੀ। ਸਾਡੇ ਨਾਲ ਵੀਰ ਜੀ ਇੱਕ ਕਾਲਰ ਨੇ, ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਜੀ ਆਨੂੰ ਜੀ, ਤੁਹਾਨੂੰ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਕੁਲਦੀਪ ਸਿੰਘ ਜੀ, ਭੈਣ ਜੀ ਬਲਜਿੰਦਰ ਕੌਰ ਤੇ ਬਾਬਾ ਬਖਸ਼ਿਸ਼ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਹਾਂਜੀ ਬਖਸ਼ਿਸ਼ ਸਿੰਘ ਜੀ, ਆਪ ਜੀ ਦਾ ਵੀ ਬਹੁਤ ਵਧੀਆ ਸੰਘਰਸ਼ ਤੁਸੀਂ ਲੜਿਆ ਕੌਮ ਦੀ ਖਾਤਰ ਪੰਜਾਬ ਦੇ ਵਿੱਚ। ਮੇਰਾ ਇੱਕ ਸਵਾਲ ਹੈ ਬਾਬਾ ਜੀ ਨੂੰ ਜੀ, ਕਿ ਜਦੋਂ ਪੰਜਾਬ ਦੇ ਵਿੱਚ 95 ਦੇ ਵਿੱਚ ਜਦੋਂ ਦੇਖੋ ਆਪਾਂ ਹੱਥੀਂ ਰਾਜ ਫੜਾਇਆ ਜਨਤੇ ਨੂੰ, ਕਿ ਉਸ ਟਾਈਮ ਤੇ ਸਾਡੀ ਇੱਕ ਆਵਾਜ਼ ਜਿਹੜੀ ਸੀ ਪੰਜਾਬ ਦੇ ਵਿੱਚ, ਹਰ ਚੀਜ਼ ਇੱਕ ਆਵਾਜ਼ ਕੱਢੀਏ ਤਾਂ ਤੁਹਾਡੀ ਆਵਾਜ਼ ਉਸ ਟਾਈਮ ਤੇ ਪੂਰੇ ਪੰਜਾਬ ਦੇ ਵਿੱਚ ਚੱਲਦੀ ਸੀ ਕਿ ਜਦੋਂ ਮਰਜ਼ੀ ਆਪਾਂ ਉਹਨੂੰ ਸਟ੍ਰਾਈਕ ਕਰਨ ਵਾਸਤੇ ਤੇ ਪੂਰਾ ਪੰਜਾਬ ਬੰਦ ਹੋ ਜਾਂਦਾ ਸੀਗਾ। ਪਰ ਕੀ ਉਸ ਟਾਈਮ ਤੇ ਤੁਸੀਂ ਆਪਣੇ ਇਲੈਕਸ਼ਨ ਤੇ ਆਪਣੇ 117 ਬੰਦੇ ਖੜੇ ਕਿਉਂ ਨਹੀਂ ਕੀਤੇ? ਇਹ ਮੇਰਾ ਇੱਕ ਸਵਾਲ ਆ ਜੀ। ਹਾਂਜੀ ਥੈਂਕ ਯੂ ਜਸਵਿੰਦਰ ਵੀਰ ਜੀ, ਥੈਂਕ ਯੂ। ਕੀ ਕਾਰਨ ਸੀ ਜੀ? ਹਾਂਜੀ, ਮੈਂ ਦੇਖੋ ਕਿਉਂਕਿ ਇੱਕ ਤਾਂ ਇਹ ਹੈ ਵੀ ਮੈਂ ਉਸ ਚੀਜ਼ ਦਾ ਹਿੱਸਾ ਨਹੀਂ ਸੀ ਹੈਗਾ, ਕਿਉਂਕਿ ਮੇਰੀ ਉਮਰ ਹੀ ਉਦੋਂ ਬਹੁਤ ਛੋਟੀ ਸੀ ਜਦੋਂ 92, ਇਹ 95 ਦੀ ਗੱਲ ਨਹੀਂ ਕਿ 92 ਦੀ ਗੱਲ 92 ਦੀ ਹੈ। 92 ਦੇ ਵਿੱਚ ਜਦੋਂ ਖਾੜਕੂ ਸਾਰੇ ਇਹਨਾਂ ਨੇ ਬੱਬਰਾਂ ਨੂੰ ਮਾਰ ਮੁਕਾਇਆ ਸੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਪਹਿਲਾਂ, ਤੇ ਉਸ ਤੋਂ ਬਾਅਦ ਬਾਕੀ ਜਿਹੜੇ ਵੱਡੇ ਖਾੜਕੂ ਸੀ ਹੌਲੇ ਹੌਲੇ 92 ਦੇ ਅੰਤ ਤੱਕ ਇਹਨਾਂ ਨੇ ਸਾਰੇ ਤਕਰੀਬਨ ਜ਼ਿਆਦਾਤਰ ਖਤਮ ਕਰ ਦਿੱਤੇ ਸਨ ਮੁਕਾਬਲਿਆਂ ਦੇ ਵਿੱਚ। 92 ਦੀ ਗੱਲ ਹੈ। ਬਿਲਕੁਲ ਜੀ। ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇੱਕ ਸਟੇਟ ਦੀ ਗੱਲ ਆਪਾਂ ਕਰਦੇ ਹਾਂ ਜੀ, ਤੇ ਭਾਈ ਸਾਹਿਬ ਨੂੰ ਕਿ ਨੇਪਾਲ ਦੇ ਵਿੱਚ ਮਾਓਇਸਟਾਂ ਦੀ ਮਤਲਬ ਕਿ ਕੰਟਰੀ ਸੀ, ਪੂਰੀ ਕੰਟਰੀ ਦੇ ਵਿੱਚ ਉਹਨਾਂ ਨੇ ਸਰਕਾਰ ਆਪਣੀ ਬਣਾਈ। ਸਰਕਾਰ ਬਣਨ ਤੋਂ ਬਾਅਦ ਤੁਹਾਡੇ ਸਾਹਮਣੇ ਉਹਨਾਂ ਦਾ ਕੀ ਹਾਸ਼ਰ ਹੋਇਆ ਹੈ, ਕਿਉਂਕਿ ਅਸੀਂ ਸਟੇਟ ਦੇ ਵਿੱਚ ਜੇ ਸਰਕਾਰ ਬਣਾ ਵੀ ਲੈਂਦੇ ਮੰਨ ਲਓ, ਤਾਂ ਸਾਡੇ ਕੋਲ ਕਿਹੜੇ ਬੰਦੇ ਸਨ, ਹੁਣ ਮੈਂ ਇੱਥੇ ਨਾਂ ਨਹੀਂ ਲਵਾਂਗਾ, ਜਿਨ੍ਹਾਂ ਨੇ ਸਰਕਾਰ ਸੰਭਾਲਣੀ ਸੀ, ਕਿਉਂਕਿ ਇੱਕ ਬੜੀ ਵੱਡੀ ਲਹੂ ਡੋਲਵੀਂ ਲੜਾਈ ਸੀਗੀ। ਤਾਂ ਉਦੋਂ ਜਿਸ ਗੱਲ ਲਈ ਕੌਮ ਤਿਆਰ ਹੀ ਨਾ ਹੋਵੇ, ਮੇਰੇ ਖਿਆਲ 'ਚ ਜਿਹੜਾ ਉਦੋਂ ਫੈਸਲਾ ਲਿਆ ਗਿਆ ਸੀ ਉਹ ਬਿਲਕੁਲ ਸਹੀ ਲਿਆ ਗਿਆ ਸੀ ਉਸ ਸਮੇਂ ਦੇ ਵਿੱਚ, ਜਿਹੜਾ ਕਿਉਂਕਿ ਜਿਸ ਸੰਦਰਭ 'ਚ ਫੈਸਲੇ ਕਈ ਵਾਰੀ ਜਦੋਂ ਲਏ ਜਾਂਦੇ ਨੇ ਉਦੋਂ ਹਾਲਾਤ ਹੋਰ ਹੁੰਦੇ ਨੇ, ਉਸ ਤੋਂ ਬਾਅਦ ਹਾਲਾਤ ਹੋਰ ਹੁੰਦੇ ਨੇ, ਸਾਨੂੰ ਐਂ ਲੱਗਦਾ ਵੀ ਉਹ ਫੈਸਲਾ ਉਹ ਗਲਤ ਲਿਆ ਗਿਆ। ਪਰ ਹਾਂਜੀ, ਪਰ ਜਦੋਂ ਉਹ ਫੈਸਲਾ ਲਿਆ ਗਿਆ ਉਦੋਂ ਉਹਨਾਂ ਸਾਡੇ ਵੱਡਿਆਂ ਨੇ ਜਿਹੜਾ ਫੈਸਲਾ ਲਿਆ ਸੀ ਉਹ ਸਹੀ ਲਿਆ ਹੋਵੇਗਾ, ਕਿਉਂਕਿ ਉਦੋਂ ਐਡੀ ਵੱਡੀ ਜੰਗ ਸੀ, ਕੌਮ ਇਸ ਗੱਲ ਲਈ ਤਿਆਰ ਨਹੀਂ ਸੀ ਵੀ ਚੰਦ ਵੋਟਾਂ ਦੀ ਖਾਤਰ ਇੱਥੇ ਬੰਦੇ ਖੜੇ ਕੀਤੇ ਜਾਣ। ਤਾਂ ਤੁਸੀਂ ਇਹ ਮੰਨਦੇ ਹੋ ਵੀ ਪੰਜਾਬ ਦੀ ਜੇ ਸਰਕਾਰ, ਮੰਨ ਲਓ ਵੀ ਪੰਜਾਬ ਸਰਕਾਰ ਇਹ ਬਣ ਵੀ ਜਾਂਦੀ, ਤੁਹਾਨੂੰ ਕੀ ਲੱਗਦਾ ਜੀ ਖਾਲਿਸਤਾਨ ਦੀ ਜਿਹੜੀ ਸਰਕਾਰ ਸੀ ਜਾਂ ਸਾਡੇ ਪੱਕੀ ਸਰਕਾਰ ਸੀ ਉਹ ਕਿੰਨਾ ਚਿਰ ਚੱਲਦੀ? ਕਿਉਂਕਿ ਸਰਕਾਰ ਹੈ ਤਾਂ ਇੱਕ ਸਟੇਟ ਸੀਗੀ ਜਿਹੜੀ ਇੰਡੀਆ ਦੇ ਥੱਲੇ ਰਹਿ ਕੇ ਉਹਨੇ ਕੰਮ ਕਰਨਾ ਸੀ। 4 ਦਿਨਾਂ 'ਚ ਭੰਗ ਕਰਕੇ ਗਵਰਨਰ ਰਾਜ ਕਰਕੇ ਪਰਾਂ ਮਾਰਦੇ ਜੀ,
ਇਹ ਸਾਡੇ ਭੁਲੇਖੇ ਨੇ। ਜੰਮੂ ਕਸ਼ਮੀਰ ਦੇ ਵਿੱਚ ਤੁਹਾਡੇ ਸਾਹਮਣੇ ਸਾਰਾ ਕੁਝ ਹੋਇਆ ਆ, ਤਾਂ ਜੀ। ਬਿਲਕੁਲ ਹੀ ਉੱਥੇ ਇੱਕ ਪੈਸੇ ਦਾ ਫਾਇਦਾ ਨਹੀਂ ਹੋਇਆ। ਜੀ ਸੋ ਉਦੋਂ ਜਿਹੜਾ ਫੈਸਲਾ ਲਿਆ ਗਿਆ ਸੀ, ਜੇ ਕਿਸੇ ਨੂੰ ਕੋਈ ਇਦਾਂ ਦਾ ਸ਼ੱਕ ਜਾਂ ਭੁਲੇਖਾ ਕਈ ਵਾਰੀ ਹੁੰਦਾ ਹੈ ਕਿ ਸ਼ਾਇਦ ਜਾਣ ਬੁੱਝ ਕੇ ਲਿਆ ਗਿਆ, ਜਾਂ ਇਹ ਬਿਲਕੁਲ ਗੱਲ ਨਹੀਂ ਸੀ ਹੈਗੀ। ਉਸ ਸੰਦਰਭ ਵਿੱਚ ਜਦੋਂ ਲਿਆ ਗਿਆ ਫੈਸਲਾ, ਉਹ ਸਾਡੇ ਵੱਡਿਆਂ ਨੇ ਠੀਕ ਫੈਸਲਾ ਲਿਆ ਸੀ। ਪਰ ਕਈ ਵਾਰੀ ਸਾਨੂੰ ਬਾਅਦ ਚ ਬੜੀਆਂ ਸਾਡੀਆਂ ਆਪਣੀਆਂ ਹੀ ਗੱਲਾਂ ਹੁੰਦੀਆਂ ਨੇ, ਸਾਨੂੰ ਲੱਗਦਾ ਹੁੰਦਾ ਕਿ ਇਹ ਫੈਸਲਾ ਇਸ ਤਰ੍ਹਾਂ ਨਹੀਂ ਸੀ ਲੈਣਾ ਚਾਹੀਦਾ, ਐਵੇਂ ਲੈਣਾ ਚਾਹੀਦਾ ਸੀ। ਕਿਉਂਕਿ ਜਦੋਂ ਜਿਨ੍ਹਾਂ ਦੇ ਜਵਾਨ ਪੁੱਤ ਸ਼ਹੀਦ ਹੋ ਗਏ, ਜਿਨ੍ਹਾਂ ਦੀਆਂ ਧੀਆਂ ਉੱਥੇ ਬੇਪਤ ਹੋਈਆਂ, ਉਹ ਨਹੀਂ ਸਨ ਚਾਹੁੰਦੇ ਕਿ ਅਸੀਂ MLA ਦੀ ਇਲੈਕਸ਼ਨ ਲੜੀਏ, ਉਹ ਜੀ। ਆਰ ਪਾਰ ਦੀ ਲੜਾਈ ਦੇ ਰੌਂਚ ਸਨ। ਸੋ ਇਹ ਜਿਹੀਆਂ ਕਈ ਵਾਰੀ ਗੱਲਾਂ ਜਿਹੜੀਆਂ ਨੇ ਉਹ ਜੀ। ਇਸ ਤਰ੍ਹਾਂ ਨਹੀਂ ਕੀਤੀਆਂ ਜਾ ਸਕਦੀਆਂ। ਬਾਕੀ ਮੈਂ ਉਸ ਚੀਜ਼ ਦਾ ਪਾਰਟ ਨਹੀਂ ਸਾਂ, ਇਸ ਕਰਕੇ ਮੈਂ ਇਹਦਾ ਜਵਾਬ ਜਿੰਨਾ ਕੁ ਦੇ ਸਕਦਾ ਮੈਂ ਆਪਣੀ ਸੂਝ-ਬੂਝ ਨਾਲ ਦਿੱਤਾ ਆ। ਜੀ। ਤੇ ਭਾਈ ਸਾਹਿਬ ਤੋਂ ਮੈਂ ਮਾਫੀ ਚਾਹਾਂਗਾ ਜੀ ਕਿ ਜੀ ਇਹਦਾ ਹਾਂਜੀ, ਜਵਾਬ ਇੱਕ ਜਿਹੜਾ ਹੋਰ ਕਾਲਰ ਨੇ ਨਹੀਂ ਸੀ। ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਜੀ ਆ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ। ਮੈਂ ਵੈਸੇ ਹੋਰ ਵਿਸ਼ੇ ਤੇ ਗੱਲ ਕਰ ਰਹੀ ਹਾਂ। ਮੈਨੂੰ ਪਤਾ ਪੰਜਾਬ ਦਾ ਦੁਖਾਂਤ ਹੈ, ਪਰ ਅੱਜ ਦਾ ਜੀ। ਜਿਹੜਾ ਕੱਲ੍ਹ ਦਾ ਮੇਰੀ ਕੁਲਦੀਪ ਸਿੰਘ ਨਾਲ ਗੱਲ ਹੋਈ ਸੀ, ਕਹਿੰਦੇ ਹਾਂਜੀ, ਉਹ ਕੱਲ ਨੂੰ ਉਸਦਾ ਕਿਰਪਾਲ ਸਿੰਘ ਜੀ ਆਪਾਂ ਉਹਦੇ ਉੱਤੇ ਜ਼ਰੂਰ ਗੱਲ ਕਰਾਂਗੇ। ਜੀ। ਕੱਲ ਨੂੰ ਬੀਬੀ ਬਲਜਿੰਦਰ ਕੌਰ ਤੇ ਇਹਨਾਂ ਦੇ ਨਾਲੇ ਕੋਲ ਬੀਬਾ ਜੀ ਨੇ ਢਿੱਲੋਂ ਜੀ, ਉਹ ਦੋਨੋਂ ਉਸ ਵਿਸ਼ੇ ਦੇ ਉੱਤੇ ਜ਼ਰੂਰ ਗੱਲਬਾਤ ਕਰਾਂਗੇ। Thank ਕੱਲ you ਜੀ, ਰਿਮੈਂਬਰੈਂਸ ਜੀ। ਡੇ ਆ। ਜੀ। ਅੱਜ ਆਪਾਂ ਖਾੜਕੂਵਾਦ ਦੀ ਜਿਹੜੀ ਗੱਲਬਾਤ ਜੀ। ਕਰ ਰਹੇ ਆ, ਉਸ ਵੇਲੇ ਜੋ ਕੁਝ ਵਾਪਰਿਆ, ਤੁਹਾਨੂੰ ਕੀ ਲੱਗਦਾ ਹੈ ਕਿ ਉਸ ਸੱਚਾਈ ਪਿੱਛੇ ਜਿਹੜੀਆਂ ਇਹ ਅਫਵਾਹਾਂ ਉਡਾਈਆਂ ਜਾਂਦੀਆਂ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਖਾੜਕੂਆਂ ਨੇ ਬੱਸਾਂ ਚੋਂ ਲਾਹ ਕੇ ਮਾਰਤੇ, ਖਾੜਕੂਆਂ ਨੇ ਇਸ ਤਰ੍ਹਾਂ ਕਰਤਾ, ਪਰ ਆਹ ਖਾੜਕੂ ਤੁਹਾਡੇ ਸਾਹਮਣੇ ਅੱਜ ਜਿਉਂਦੀ ਜਾਗਦੀ ਮਿਸਾਲ ਹੈ। 14 ਵਰ੍ਹਿਆਂ ਦੀ ਉਮਰ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ 48 ਤੋਂ ਵੱਧ ਕੇਸ ਇਸ ਵਿਅਕਤੀ ਦੇ ਉੱਤੇ ਦਰਜ ਹੋਣੇ। ਸਾਡੇ ਉਹ ਲੋਕ ਕਿੱਥੇ ਨੇ ਜਿਨ੍ਹਾਂ ਨੇ ਇਸ ਸੰਘਰਸ਼, ਇਹਨਾਂ ਮੁਹਿੰਮਾਂ ਨੂੰ ਵਿੱਢਿਆ ਸੀ? ਕਿਉਂ ਨਹੀਂ ਪਛਾਣਿਆ? ਜਿਹੜੇ ਤਾਂ ਪੁਲਿਸ ਨੇ ਮਾਰ ਮੁਕਾਏ ਉਹ ਮਾਰ ਮੁਕਾਏ, ਉਹਨਾਂ ਦੇ ਪਰਿਵਾਰ ਅੱਜ ਵੀ ਧੱਕੇ ਖਾ ਰਹੇ ਨੇ, ਪਰ ਜਿਹੜੇ ਜਿਉਂਦੇ ਨੇ ਉਹਨਾਂ ਨੂੰ ਅੱਜ ਸੰਘਰਸ਼ ਦੇ ਉਹਨਾਂ ਹੀਰੋਆਂ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ? ਜੀ। ਮੇਰਾ ਸਵਾਲ ਇਹ ਵੀ ਹੈ ਵੱਡਾ ਕੌਮ ਨੂੰ। ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਵੀਰ ਜੀ? ਨਹੀਂ ਜੀ, ਉਹ ਕਾਲ ਰੱਖ ਲਿਆ ਆਪਣੀ। Okay। ਜੀ। ਮਾਫੀ ਚਾਹੁੰਦਾ। ਹਾਂਜੀ, ਮੈਂ ਥੋੜਾ ਜਿਹਾ ਵੀਰ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਇਸੇ ਵਿਸ਼ੇ ਦੇ ਉੱਤੇ। ਠੀਕ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਉਸ ਸੰਘਰਸ਼ ਦੇ ਵਿੱਚ ਜਦੋਂ ਆਪਾਂ ਤੁਰੇ ਸੀ ਉਸ ਪਾਸੇ, ਉਸ ਵੇਲੇ ਤੋਂ ਲੈ ਕੇ ਹੁਣ ਤੱਕ ਜੋ ਕੁਝ ਵਾਪਰਿਆ, ਕਿਉਂਕਿ ਆਮ ਕਰਕੇ ਲੋਕਾਂ ਨੂੰ ਇਉਂ ਲੱਗਦਾ ਖੌਰੇ ਕਿਹੜੇ ਕਿਹੜੇ ਕਾਂਡ ਸੀ, ਕਿਹੜੇ ਕਿਹੜੇ ਗੱਲਾਂ ਵਾਪਰੀਆਂ ਨੇ, ਉਹ ਕਿਸੇ ਅਗਲੇ ਐਪੀਸੋਡ 'ਚ ਤੁਹਾਡੇ ਨਾਲ ਲੜੀਵਾਰ ਮੈਂ ਗੱਲਬਾਤ ਕਰਾਂਗਾ। ਪਰ ਅੱਜ ਮੈਂ ਜਾਣਨਾ ਚਾਹੁੰਦਾ ਔਰ ਦੁਨੀਆ ਦੇ ਹਰ ਦਰਸ਼ਕ ਨੂੰ ਇਹ ਦੱਸਣਾ ਚਾਹੁੰਦਾ ਕਿ ਖਾੜਕੂਵਾਦ ਦਾ ਸੱਚ ਕੀ ਸੀ। ਕੀ ਖਾੜਕੂਵਾਦ ਸਰਕਾਰਾਂ ਵੱਲੋਂ ਪੈਦਾ ਕੀਤਾ ਗਿਆ ਸੀ, ਜਾਂ ਫਿਰ ਖਾੜਕੂਵਾਦ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹੋਏ ਹਮਲੇ ਦੇ ਇਵਜ ਵਜੋਂ ਨੌਜਵਾਨਾਂ ਦੇ ਜਿਹੜੇ ਮਨ ਦੁਖੇ ਸਨ, ਉਸ ਕਰਕੇ ਇਸ ਪਾਸੇ ਤੁਰੇ ਸਨ? ਕੀ ਉਹਨਾਂ ਦਿਨਾਂ ਦੇ ਵਿੱਚ ਕਦੇ ਸੋਚਿਆ ਸੀ ਕਿ ਸਾਡੀ ਇਹ ਸਥਿਤੀ ਵੀ ਬਣ ਸਕਦੀ ਹੈ? ਥੋੜਾ ਜਿਹਾ ਇਹਦੇ ਬਾਰੇ ਮੈਂ ਜਾਣਨਾ ਚਾਹਨਾ। ਤੁਹਾਡੇ ਮਨ ਦੇ ਵਿੱਚ ਕੀ ਕੁਝ ਉੱਠ ਰਿਹਾ ਸੀ ਉਸ ਵਕਤ? ਕਦੇ ਸੋਚਿਆ ਸੀ ਕਿ ਆਉਣ ਵਾਲਾ ਭਵਿੱਖ ਮੇਰਾ ਕਿਹੋ ਜਿਹਾ ਹੋਏਗਾ? ਮੈਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇੱਕ ਤਾਂ ਹੁੰਦਾ ਹੈ ਕਿ ਸਰਕਾਰਾਂ ਨੇ ਖਾੜਕੂਆਂ ਨੂੰ ਪੈਦਾ ਕੀਤਾ ਤੇ ਲੜਾਈ ਲੜੀ ਤੇ ਉਹ ਇਦਾਂ ਦੀ ਗੱਲ, ਇਹ ਤਾਂ ਨਹੀਂ। ਪਰ ਫਿਰ ਵੀ ਇਹਦੇ ਪਿੱਛੇ ਜਿਹੜੀ ਹੁੰਦੀ ਆ, ਕਿਸੇ ਵੀ ਮੂਵਮੈਂਟ ਦੇ ਪਿੱਛੇ ਮਤਲਬ ਇਸ ਪ੍ਰਕੇਰ 'ਚ ਜਿਹੜੇ ਨੌਜਵਾਨਾਂ ਨੂੰ ਧੱਕਣਾ ਜਾਂ ਉਸ ਸਟੇਜ ਤੇ ਲੈ ਆਉਣਾ, ਉਹ ਕਿਹੜੀ ਤਾਕਤ ਸੀ? ਇਸ ਨਹੀਂ, ਉਹ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਜਿਹੜੀਆਂ ਹੱਕੀ ਮੰਗਾਂ ਹੁੰਦੀਆਂ ਨੇ ਕਿਸੇ ਵੀ ਕੌਮ ਦੀਆਂ, ਕਿਸੇ ਧਰਮ ਦੀਆਂ, ਕਿਸੇ ਖਿੱਤੇ ਦੀਆਂ, ਜਦੋਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਹੌਲੀ ਹੌਲੀ ਉਹ ਉਧਰ ਨੂੰ ਵੱਧਦੇ ਗਏ। ਸਰਕਾਰ ਨੇ ਹੀ ਸਾਨੂੰ ਇੰਨਾ ਪ੍ਰੈਸ਼ਰਾਈਜ਼ ਕੀਤਾ ਤੇ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਤੇ ਹਮਲਾ ਕਰਦੀ ਆ। ਤੇ ਹਮਲਾ ਕਰਨ ਤੋਂ ਬਾਅਦ, ਕਿਉਂਕਿ ਸਰਕਾਰ ਦੇ ਕੋਲ ਬਹੁਤ ਜ਼ਿਆਦਾ ਵਿਕਲਪ ਹੁੰਦੇ ਨੇ, ਬੜੇ ਜ਼ਿਆਦਾ ਹੀ ਮਤਲਬ ਕਿ ਇਦਾਂ ਦੀਆਂ ਸਾਡੇ ਸਾਹਮਣੇ ਐਗਜ਼ਾਮਪਲਾਂ ਨੇ। ਵੱਡੇ ਵੱਡੇ ਹੋਟਲਾਂ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਸੀ ਆਪਰੇਸ਼ਨ ਕਰਕੇ ਉੱਥੋਂ ਲੋਕਾਂ ਨੂੰ ਬਾਹਰ ਕੱਢਿਆ। ਇਹ ਜ਼ਰੂਰੀ ਨਹੀਂ ਸੀ ਕਿ ਜੇ ਇੱਕ ਗੱਲ ਮੰਨ ਵੀ ਲਈ ਜਾਏ, ਇਹਨਾਂ ਦੀ ਸਰਕਾਰ ਦੀ ਬੋਲੀ ਅਸੀਂ ਬੋਲ ਕੇ ਮੰਨ ਲਈਏ ਵੀ ਉੱਥੇ ਖਾੜਕੂ ਲੁਕੇ ਹੋਏ ਸਨ, ਉੱਥੇ ਹਥਿਆਰਬੰਦ ਸੀਗੇ ਤੇ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਉੱਥੇ ਆਪਰੇਸ਼ਨ ਕੀਤਾ ਗਿਆ। ਆਪਰੇਸ਼ਨ ਬਾਹਰ ਕੱਢਣ ਵਾਸਤੇ ਹੋਰ ਇਹਨਾਂ ਸਾਰੇ ਥਾਵਾਂ ਤੇ ਕੀਤਾ ਤੇ ਇਹਨਾਂ ਨੇ ਕਿਤੇ ਵੀ ਸਿੱਧਾ ਅਟੈਕ ਨਹੀਂ ਕੀਤਾ। ਇਹਨਾਂ ਨੇ ਆਪਣੇ ਮੰਦਿਰਾਂ ਤੇ ਕਦੀ ਅਟੈਕ ਨਹੀਂ ਕੀਤਾ, ਕਦੀ ਇਹਨਾਂ ਨੇ ਆਪਣੇ ਹੋਟਲਾਂ ਦੇ ਕੀ ਤਾਜ ਵਰਗੇ ਹੋਟਲਾਂ ਨਾਲੋਂ ਵੀ ਸਾਡੇ ਦਰਬਾਰ ਸਾਹਿਬ ਦੀ ਅਹਿਮੀਅਤ ਘੱਟ ਸੀਗੀ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇਸ ਗੱਲ ਦੀ। ਫਿਰ ਵੀ ਸਾਡੇ ਤੇ ਐਲੀਗੇਸ਼ਨ ਲਾਉਂਦੇ ਨੇ। ਸਾਨੂੰ ਉਸ ਗਾਰ ਤੇ ਲਿਆਉਣ ਵਾਲੀ ਇਹ ਸੈਂਟਰ ਦੀ ਸਰਕਾਰ ਸੀਗੀ। ਸਾਡੀ ਇਹਨਾਂ ਨੇ ਹੋਲੀ ਖੇਡੀ ਆ। ਸਾਡੇ ਪੱਲੇ ਕੋਈ ਗੱਲ ਹੋਰ ਰਹਿ ਹੀ ਨਹੀਂ ਜਾਂਦੀ
ਕਿ ਤਲਵਾਰ ਦੇ ਜਿਹੜਾ ਕਿਰਪਾਨ ਦੇ ਮੁੱਠੇ ਦੇ ਹੱਥ ਜਾਣ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ ਹੈਗਾ। ਜਦ ਸਾਡੇ ਅਣਖਾਂ ਇੱਜ਼ਤਾਂ ਤੇ ਸਾਡੇ ਜਿਹੜਾ ਸਾਡਾ ਰਾਜ ਸੀ ਤੇ ਧਾਰਮਿਕ ਦੋਨੋਂ ਸਾਡੇ ਕੇਂਦਰ ਸਨ, ਜਦੋਂ ਉਹਨਾਂ ਨੇ ਨੇਸਤੋਂ ਨਮੂਦ ਕਰਤਾ ਇਸ ਸਰਕਾਰ ਨੇ, ਤੇ ਪੰਜਾਬ ਦੇ ਵਿੱਚ ਲਗਭਗ 37 ਹੋਰ ਗੁਰਧਾਮਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ। ਸੰਤ ਜਰਨੈਲ ਸਿੰਘ 37 ਗੁਰਦੁਆਰਿਆਂ 'ਚ ਨਹੀਂ ਸੀ ਹੈਗਾ। ਤਾਂ ਇਹ ਗੱਲ ਤੋਂ ਸਾਨੂੰ ਸੌਖੀ ਸਮਝ ਲੱਗ ਜਾ ਸਕਦੀ ਆ ਕਿ ਪੰਜਾਬ ਨੂੰ ਇਹਨਾਂ ਨੇ ਇੱਕ ਆਰਮੀ ਕਿਲੇ 'ਚ ਤਬਦੀਲ ਕਰਕੇ ਸਾਡੇ ਤੇ ਹਮਲਾ ਕੀਤਾ ਆ, ਜਿਹੜਾ ਕਿ ਜਿਹੜਾ ਇੰਡੀਅਨ ਲਾ ਆ ਉਹਦੇ ਵੀ ਖਿਲਾਫ ਸੀਗਾ ਕਿ 2 ਇੰਚ ਮਾਰਟਰ ਤੋਂ ਵੱਧ ਇਹ ਗੋਲਾ ਹੀ ਨਹੀਂ ਚਲਾ ਸਕਦੇ ਆਪਣੀ ਸਟੇਟ ਦੇ ਵਿੱਚ। ਤਾਂ ਸਾਡੇ ਉੱਤੇ ਇਹਨਾਂ ਨੇ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ। ਉਹ ਸਰਕਾਰ ਨੂੰ ਸਭ ਪਤਾ, ਲੋਕਾਂ ਨੂੰ ਵੀ ਸਭ ਪਤਾ, ਜਾਣਬੁੱਝ ਕੇ ਪਤਾ ਨਹੀਂ ਕਿਉਂ ਲੋਕ ਇੱਥੇ ਪਰਦਾ ਪਾਉਂਦੇ ਨੇ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ। ਇਹ ਸਾਰਾ ਕੁਝ ਜਿਹੜਾ ਸੀਗਾ ਸਰਕਾਰਾਂ ਦੇ ਵੱਸ ਸੀ। ਸਰਕਾਰਾਂ ਨੇ, ਇਹ ਨਹੀਂ ਹੈਗਾ ਕਿ ਇਹ ਇੱਕ ਮੂਵਮੈਂਟ ਸਰਕਾਰੀ ਸੀ, ਪਰ ਸਾਰਾ ਕੁਝ ਸਰਕਾਰਾਂ ਦੇ ਵੱਸ ਸੀਗਾ। ਸਰਕਾਰਾਂ ਨੇ ਸਾਡੀ ਹੋਲੀ ਖੇਡੀ ਆ। ਸਰਕਾਰ ਨੂੰ ਪਤਾ ਸੀ ਕਿ ਸਿੱਖਾਂ ਵਾਸਤੇ ਦਰਬਾਰ ਸਾਹਿਬ ਕੀ ਅਹਿਮੀਅਤ ਰੱਖਦਾ। ਸਰਕਾਰ ਨੂੰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਸੀ। ਸਾਡੀ ਲੰਮੀ ਹਿਸਟਰੀ ਪਈ ਆ। ਹਾਂਜੀ ਹਾਂਜੀ, ਮੈਂ ਵੀਰ ਜੀ ਤੁਹਾਡੇ ਨਾਲ ਹੋਰ ਬੜੀਆਂ ਖੁੱਲ ਕੇ ਗੱਲਾਂ ਕਰਨੀਆਂ ਚਾਹੁੰਦਾ। ਅਖੀਰ ਦੇ ਵਿੱਚ ਮੈਂ ਸਿਰਫ 2 ਮਿੰਟ ਤੁਹਾਡੇ ਲੈਣੇ ਆ। ਗੁਰਮੀਤ ਰਾਮ ਰਹੀਮ ਦੇ ਉੱਤੇ ਹਮਲੇ ਦੀ ਜਿਹੜੀ ਪਲੈਨਿੰਗ ਸੀ ਉਹ ਕਿਹਨੇ ਕੀਤੀ ਸੀ, ਤੇ ਤੁਸੀਂ ਉਹਦੇ ਵਿੱਚ ਮੇਨ ਇਨਵੋਲਵ ਸੀ, ਜਿਹਦੇ ਕਰਕੇ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ। ਉਹ ਗ੍ਰਿਫਤਾਰੀ ਦੀਆਂ ਤਸਵੀਰਾਂ ਮੈਂ ਵੇਖੀਆਂ ਨੇ, ਉਹਦੇ ਬਾਰੇ ਮੈਂ 2 ਮਿੰਟ ਜਾਣਨਾ ਚਾਹੁੰਦਾ ਕਿ ਕਦੋਂ ਤੇ ਕਿੱਥੇ ਤੇ ਕਿਵੇਂ ਦੀ ਪਲਾਨਿੰਗ ਹੋਈ। 2 ਮਿੰਟਾਂ ਜੇ ਇਹਨੂੰ ਸਮਅਪ ਕਰ ਸਕੀਏ। ਉਹਦੀ ਜਿਹੜੀ ਪਲਾਨਿੰਗ ਸੀ, ਹੁਣ ਮਤਲਬ ਮੈਂ ਵਾਲੀ ਗੱਲ ਆ ਜਾਂਦੀ, ਉਹਦੀ ਟੋਟਲ ਪਲਾਨਿੰਗ ਤਾਂ ਮੇਰੇ ਵੱਲੋਂ ਸੀਗੀ ਤੇ ਮੇਰੇ ਜਿਹੜੇ ਸਾਥੀ ਸਨ। ਹੁਣ ਇਹ 'ਚ ਇਹ ਹੁੰਦਾ ਜੀ, ਜਿਹੜਾ ਕੋਈ ਵੀ ਸੰਘਰਸ਼ ਹੁੰਦਾ ਜਾਂ ਕੋਈ ਵੀ ਜਿਹੜਾ ਐਕਸ਼ਨ ਹੁੰਦਾ, ਉਹਦੇ ਵਿੱਚ ਇੱਕ ਕਦਮ ਰੱਖਣ ਵਾਲਾ ਵੀ ਜਿਹੜਾ ਉਹਦਾ ਬਰਾਬਰ ਦਾ, ਮਤਲਬ 20 ਨਹੀਂ 21% ਹਿੱਸੇਦਾਰ ਹੁੰਦਾ ਆ, ਤੇ ਉਹਦਾ ਯੋਗਦਾਨ ਹੁੰਦਾ, ਉਹਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ, ਤੇ ਨਾ ਹੀ ਉਹਦਾ ਕੱਦ ਛੋਟਾ ਹੁੰਦਾ ਹੈ। ਤਾਂ ਇਸ ਕਰਕੇ ਸਾਰੇ ਹੀ ਉਹ 'ਚ ਜਿਹੜੇ ਸਿੰਘ ਸਨ ਉਹ ਬਰਾਬਰ ਦੇ ਸ਼ਰੀਕ ਸੀ ਇਹਦੇ ਵਿੱਚ, ਤੇ ਉਹਨਾਂ ਦਾ ਬਰਾਬਰ ਦੀ ਉਹਨਾਂ ਦੀ ਸੇਵਾ ਸੀ। ਤਾਂ ਇਹ ਜਿਹੜੀ ਪਲੈਨਿੰਗ ਕਿਸੇ ਖਾਸ ਥਾਂ ਤੇ ਨਹੀਂ ਕੀਤੀ ਗਈ। ਇਹਦੀ ਜਿਹੜੀ ਅਰਦਾਸ ਆ ਉਹ ਕੁਰਸ਼ੇਤਰ ਗੁਰਦੁਆਰਾ ਸਾਹਿਬ ਦੇ ਵਿੱਚ 6ਵੇਂ ਪਾਤਸ਼ਾਹ 'ਚ ਕੀਤੀ ਗਈ ਸੀ ਜੀ। ਤਾਂ ਉਸ ਤੋਂ ਬਾਅਦ ਜਿਹੜਾ ਇਹਨੂੰ ਇਹ ਸੋਚਿਆ ਸੀ ਵੀ ਇਹ ਬਹੁਤ ਵੱਡਾ ਇੱਕ ਸਿੱਖੀ ਲਈ ਸਿਰਦਰਦੀ ਬਣ ਗਿਆ। ਤਾਂ ਉਹਦੇ ਲਈ ਕੁਝ ਨੌਜਵਾਨਾਂ ਨੂੰ ਇਕੱਠੇ ਕਰਕੇ ਤੇ ਮੇਰੇ ਵੱਲੋਂ ਇਹ ਜਿਹੜਾ ਸੀ ਇੱਥੇ ਹਮਲਾ ਕੀਤਾ ਗਿਆ ਜੀ। ਇਹ 2 ਫਰਵਰੀ 2008 ਚ ਨੀਲੋ ਖੇੜੀ ਕਰਨਾਲ ਡਿਸਟ੍ਰਿਕਟ ਦੇ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਟਰੱਕ ਦੀ ਸਟਿੱਪਣੀ ਚ ਬੰਬ ਫਿੱਟ ਕਰਕੇ ਇਹਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ। ਤੇ ਉਦੋਂ ਬਚਾਅ ਹੋ ਗਿਆ ਸੀ? ਤੁਸੀਂ ਮੌਕੇ ਤੇ ਗ੍ਰਿਫਤਾਰ ਹੋ ਗਏ ਸੀ ਜੀ? ਨਹੀਂ ਜੀ, ਮੈਂ ਉੱਥੋਂ ਨਿਕਲ ਗਿਆ ਸੀ ਤੇ ਕਿਸੇ ਹੋਰ ਮੁਲਕ 'ਚ ਚਲੇ ਗਿਆ ਸੀ। ਉਸ ਤੋਂ ਬਾਅਦ ਫਿਰ ਮੈਂ ਵਾਪਸ ਜਿਹੜਾ 2 ਸਾਲ ਬਾਅਦ ਆਇਆ, ਤੇ 2 ਸਾਲ ਬਾਅਦ ਮੇਰੀ ਜਿਹੜੀ ਆ ਉਹ ਕਿਸੇ ਮੈਨੂੰ ਪਹਿਚਾਣ ਲਿਆ ਗਿਆ। ਮੇਰੀਆਂ ਅਖਬਾਰਾਂ ਦੇ ਉੱਤੇ ਰੋਜ਼ ਪੋਸਟਰ ਲੱਗਦੇ ਸੀ, ਤੇ ਮੈਂ ਬਿਮਾਰ ਸੀ, ਕਿਤੋਂ ਮੈਡੀਕਲ ਤੋਂ ਦਵਾਈ ਲੈਣ ਗਿਆ, ਤੇ ਉੱਥੇ ਮੈਨੂੰ ਪਛਾਣ ਲਿਆ ਗਿਆ। ਉੱਥੇ ਹੀ ਮੇਰੀ ਜਿਹੜਾ ਪਿੱਛਾ ਹੋਇਆ, ਤੇ ਮੈਂ ਮਹੀਨੇ ਦੇ ਵਿੱਚ ਉੱਥੋਂ ਮੈਨੂੰ ਅਰੈਸਟ ਕਰ ਲਿਆ ਗਿਆ ਸੀ। ਬਹੁਤੇ ਲੋਕ ਕਈ ਵਾਰੀ ਇਹ ਸਵਾਲ ਪੁੱਛਦੇ ਆ ਸੋਸ਼ਲ ਮੀਡੀਆ ਦੇ ਉੱਤੇ ਕਿ ਐਡਾ ਵੱਡਾ ਜੁਝਾਰੂ, ਐਡਾ ਵੱਡਾ ਖਾੜਕੂ ਰਿਹਾ ਹੋਵੇ, ਉਸ ਤੋਂ ਬਾਅਦ ਇਹਨੇ ਕੇਸ ਕਿਉਂ ਕਤਲ ਕਰਵਾ ਦਿੱਤੇ? ਇਹਦਾ ਕਾਰਨ ਕੀ ਬਣਿਆ? ਬੜਾ ਵੱਡਾ ਸਵਾਲ ਹੈ ਜੀ, ਹਰੇਕ ਵਿਅਕਤੀ ਪੁੱਛਦਾ ਹੈ। ਇਹਦੇ ਬਾਰੇ ਥੋੜ੍ਹਾ ਜਿਹਾ ਸਪਸ਼ਟ ਕਰੋ ਜੀ। ਹਾਂਜੀ, ਮੈਂ ਆਪਣੀ ਜਿਹੜੀ ਸਿੱਖ ਸੰਗਤ ਤੇ ਮੈਂ ਦੋਨੋਂ ਹੱਥ ਜੋੜ ਕੇ ਮੈਂ ਉਹਨਾਂ ਤੋਂ ਵੀ ਇਹ ਮਾਫੀ ਚਾਹੁੰਦਾ, ਮੈਂ ਉਹਨਾਂ ਦਾ ਗੁਨਾਹਗਾਰ ਹਾਂ। ਤੇ ਪਰ ਇਹ ਜਿਹੜੇ ਕੇਸ ਇੱਕ ਤਾਂ ਸੀ ਕਿ ਮੇਰੀ ਮਰਜ਼ੀ ਨਾਲ ਨਹੀਂ ਸਾਂ ਕੱਟੇ, ਕਿ ਦੂਜਾ ਇਹ ਸੀ ਕਿ ਜਿਹੜੀਆਂ ਧੀਆਂ ਹੁੰਦੀਆਂ ਨੇ ਜਾਂ ਜਿਹੜੀ ਪਤਨੀ ਹੁੰਦੀ ਆ, ਉਹਦੇ ਲਈ ਪਤਨੀ ਲਈ ਆਪਣਾ ਘਰ ਵਾਲਾ ਤੇ ਧੀਆਂ ਲਈ ਬਾਪ ਬੜਾ ਅਹਿਮੀਅਤ ਰੱਖਦਾ। ਇਸ ਕਰਕੇ ਜਦੋਂ ਮੇਰਾ ਉੱਥੇ ਇਲਾਜ ਚੱਲਦਾ ਸੀ, ਉਦੋਂ ਮੇਰੀਆਂ ਬੇਟੀਆਂ ਤੇ ਮੇਰੇ ਸਿੰਘਣੀ ਨੇ ਪੁੱਛਿਆ ਗਿਆ ਸੀ ਕਿ ਕੀ ਇਹਦਾ ਹੁਣ ਕੀਤਾ ਜਾਵੇ, ਕਿਉਂਕਿ ਇਹ ਕੇਸ ਜਿਹੜੇ ਨੂੰ ਕਤਲ ਕਰਨੇ ਪੈਣੇ ਨੇ। ਤੇ ਮੇਰੇ ਸਿਰ 'ਚ ਇੰਟਰੋਗੇਟ ਸਮੇਂ ਸੱਟ ਲੱਗ ਗਈ ਸੀਗੀ, ਤੇ ਉਹ ਲੰਮਾ ਸਮਾਂ ਮੈਂ ਬਿਮਾਰ ਰਿਹਾ, ਮੈਨੂੰ ਦੌਰੇ ਪੈਣੋਂ ਨਹੀਂ ਸੀ ਹਟਦੇ। ਇਸ ਕਰਕੇ ਮੇਰੇ ਜਿਹੜੇ ਕੇਸ ਕਤਲ ਹੋਏ, ਮੈਂ ਹੁਣ ਵੀ ਜਿਹੜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ, ਮੈਂ ਤੁਹਾਨੂੰ ਜਵਾਬ ਨਹੀਂ ਦੇ ਸਕਿਆ। ਕੱਲ ਵੀ ਮੈਂ ਐਡਮਿਟ ਸੀ, ਪਰਸੋਂ ਵੀ ਮੈਂ ਐਡਮਿਟ ਸੀ ਹਸਪਤਾਲ, ਤੇ ਅੱਜ ਵੀ ਮੈਂ ਸਾਰੀਆਂ ਰਿਪੋਰਟਾਂ ਕਰਾ ਕੇ ਆਇਆ। ਮੇਰੀ ਜਿਹੜਾ ਮੈਂ ਪ੍ਰੋਪਰ ਠੀਕ ਨਹੀਂ ਆ ਗਈ ਜੀ। ਤੁਹਾਡਾ ਵੀਰ ਜੀ ਬਹੁਤ ਧੰਨਵਾਦ। ਮੈਂ 1 ਮਿੰਟ ਥੋੜਾ ਜਿਹਾ ਤੁਹਾਡਾ ਲੈਣਾ ਚਾਹੁੰਦਾ ਜੀ। ਉਹ ਜੁਝਾਰੂ ਜਿਹਨੂੰ ਮੈਂ ਇੱਕ ਬੇਨਤੀ ਕੀਤੀ ਹੈ ਕਿ ਵੀਰ ਜੀ ਮੈਂ ਤੁਹਾਨੂੰ ਇੰਨੇ ਵਜੇ ਲੈਣਾ, ਬਹੁਤ ਲੇਟ ਹੋ ਜਾਣਾ ਹੈ। ਜਿਹੜੇ ਤਸ਼ੱਦਦ ਬਾਬਾ ਬਖਸ਼ੀਸ਼ ਸਿੰਘ ਤੇ 3rd ਡਿਗਰੀ ਕੀਤੇ ਗਏ ਨੇ, ਸਿਰਫ ਤਸ਼ੱਦਦਾਂ ਦੇ ਉੱਤੇ ਜੇ ਗੱਲਬਾਤ ਕਰੀਏ ਤੇ ਪੂਰਾ ਦਿਨ ਲੱਗ ਸਕਦਾ ਹੈ।
ਉਹਨਾਂ ਬਿਲਕੁਲ। ਤਸ਼ੱਦਦਾਂ ਨੂੰ ਝੱਲਦੇ ਹੋਏ ਇਹ ਜੁਝਾਰੂ ਸਿੰਘ ਡੋਲੇ ਨਹੀਂ, ਪਿੱਛੇ ਪਰਤੇ ਨਹੀਂ। ਪਰ ਜਿਹਦੇ ਕਰਕੇ ਇਹ ਖਾੜਕੂ ਲਹਿਰ ਸ਼ੁਰੂ ਹੋਈ ਹੈ, ਮੈਂ ਥੋੜਾ ਜਿਹਾ ਅੱਜ ਕੌਮ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਇਸ ਖਾੜਕੂ ਲਹਿਰ ਦਾ ਸੱਚ ਤੁਸੀਂ ਬਾਬਾ ਬਖਸ਼ੀਸ਼ ਸਿੰਘ ਦੀ ਜ਼ਬਾਨੀ ਸੁਣਿਆ। ਬਾਬਾ ਇਸ ਕਰਕੇ ਕਹਿੰਦੇ ਕਿ ਉਹ ਛੋਟੀ ਉਮਰ ਦਾ ਸੀ, ਪਰ ਉਹਨੇ ਜੋ ਕੁਝ ਜ਼ਿੰਦਗੀ ਦੇ ਵਿੱਚ ਬੀਤੇ ਹੈ, ਭੇਸ ਬਦਲੇ ਨੇ, ਅਲੱਗ-ਅਲੱਗ ਮੁਲਕਾਂ ਦੇ ਵਿੱਚ ਗਏ ਨੇ ਆਪਣੇ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ, ਜਿਨ੍ਹਾਂ ਕਰਕੇ ਜਿਸ ਕੌਮ ਲਈ ਇਹ ਸੰਘਰਸ਼ ਵਿੱਢਿਆ ਸੀ, ਉਹ ਕੌਮ ਦੇ ਨੇਤਾ, ਲੀਡਰ, ਮੁਖੀ, ਸਾਡੀਆਂ ਧਾਰਮਿਕ ਸੰਸਥਾਵਾਂ ਕਿੱਥੇ ਨੇ? ਕੀ ਉਹਨਾਂ ਨੂੰ ਪਤਾ ਹੈ ਕਿ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੀ ਮਾਂ ਕਿੱਥੇ ਹੈ? ਕੀ ਉਹਨਾਂ ਨੂੰ ਪਤਾ ਹੈ ਕਿ ਬਾਬਾ ਬਖਸ਼ੀਸ਼ ਸਿੰਘ ਆਪਣੇ ਘਰ ਦਾ ਗੁਜ਼ਾਰਾ ਉਹਨਾਂ ਬੇਟੀਆਂ ਦੇ ਵਿੱਚ ਤੇ ਇੱਕ ਖਾੜਕੂ ਸਿੰਘ ਦੀ ਬੇਟੀ ਨੂੰ ਨਾਲ ਅਡਾਪਟ ਕਰਕੇ ਕਿਵੇਂ ਕਰ ਰਹੇ ਆ? ਕਿਸੇ ਨੂੰ ਚਿੰਤਾ ਹੈ? ਬੜਾ ਸੌਖਾ ਹੈ, ਬਹੁਤ ਸੌਖਾ ਹੈ ਕਿ ਖਾਲਿਸਤਾਨ ਜ਼ਿੰਦਾਬਾਦ ਕਰਕੇ ਨਾਰੇ ਲਾਣੇ ਬੜੇ ਸੌਖੇ ਨੇ, ਪਰ ਇਸ ਮਾਨਸਿਕਤਾ ਨੂੰ ਸਮਝਣਾ ਕਿੰਨਾ ਔਖਾ ਹੈ, ਉਹਦੀ ਉਦਾਹਰਨ ਤੁਹਾਡੇ ਸਾਹਮਣੇ ਬਾਬਾ ਬਖਸ਼ੀਸ਼ ਸਿੰਘ ਹੁਣੀ ਬੈਠੇ ਨੇ। ਮੈਂ ਇਸ ਕਰਕੇ ਖਾੜਕੂਵਾਦ ਨੂੰ ਪ੍ਰਮੋਟ ਨਹੀਂ ਕਰ ਰਿਹਾ, ਪਰ ਮੈਂ ਪੁੱਛਣਾ ਚਾਹੁੰਦਾ ਕੌਮ ਦੇ ਉਹਨਾਂ ਮਹਾਨ ਲੀਡਰਾਂ ਨੂੰ, ਸਾਡੀਆਂ ਧਾਰਮਿਕ ਜਥੇਬੰਦੀਆਂ ਨੂੰ ਕਦੇ ਕੋਈ ਇਹੋ ਜਿਹੀ ਸੰਸਥਾ ਬਣਾਉਣ ਦਾ ਯਤਨ ਕੀਤਾ ਹੈ ਕਿ ਜਿਹੜੇ ਨੌਜਵਾਨ ਉਸ ਵੇਲੇ ਕਿਸੇ ਮਜਬੂਰੀ ਕਾਰਨ ਇਸ ਪਾਸੇ ਤੁਰੇ ਨੇ, ਕਦੇ ਉਹਨਾਂ ਦੀ ਬਾਂਹ ਫੜੀ ਹੈ? ਦੁਨੀਆ ਦੇ ਵਿੱਚ ਕਿਸੇ ਹੋਰ ਧਰਮ ਦੀ ਵਿਧਵਾ ਕਲੋਨੀ ਬਣੀ ਹੈ, ਪਰ ਸਿੱਖਾਂ ਦੀ ਬਣੀ ਹੈ। ਬੜੇ ਮਾਣ ਨਾਲ ਕਹਿੰਦੇ ਆ ਕਿ ਸਿੱਖਾਂ ਦੀ ਵਿਧਵਾ ਕਲੋਨੀ ਦਿੱਲੀ ਦੇ ਵਿੱਚ ਹੈ। ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਦੇਰ ਰਾਤ ਬਿਮਾਰ ਹੋਣ ਦੇ ਬਾਵਜੂਦ ਵੀ ਸਮਾਂ ਕੱਢਿਆ ਤੇ ਆਪਣਾ ਸੁਨੇਹਾ ਕੌਮ ਨੂੰ ਦਿੱਤਾ ਹੈ ਕਿ ਇਸ ਖਾੜਕੂਵਾਦ ਦੇ ਪਿੱਛੇ ਸੱਚ ਕੀ ਹੈ। ਕੋਈ ਲਾਲਚ ਨਹੀਂ, ਕੋਈ ਨਿੱਜੀ ਸਵਾਰਥ ਨਹੀਂ, ਕੋਈ ਅਫਸੋਸ ਨਹੀਂ, ਪਰ ਜੋ ਕੁਝ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹੋਇਆ ਹਮਲਾ ਹੈ, ਉਹਦੀ ਸੋਚ ਨੂੰ ਲੈ ਕੇ ਅੱਗੇ ਤੁਰੇ ਸਾਂ ਤੇ ਅੱਜ ਕੋਈ ਪਛਤਾਵਾ ਨਹੀਂ। ਇਹ ਬਾਬਾ ਬਖਸ਼ੀਸ਼ ਸਿੰਘ ਹੁਣੀ ਕਹਿ ਕੇ ਗਏ ਨੇ। ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਸਮੇਂ 'ਚ ਫਿਰ ਮੈਂ ਇੱਕ ਲੜੀ ਤੁਹਾਡੇ ਨਾਲ ਸ਼ੁਰੂ ਕਰਾਂਗਾ। ਗੁਰੂ ਕਿਰਪਾ ਕਰੇ ਤੁਸੀਂ ਚੜ੍ਹਦੀਆਂ ਕਲਾਂ 'ਚ ਰਹੋ ਤੇ ਇਸੇ ਤਰ੍ਹਾਂ ਜਿਹੜਾ ਬਾਕੀ ਤੁਹਾਡਾ ਪਰਿਵਾਰ ਹੈ ਉਹਦੀ ਸੇਵਾ ਬਾਕੀ ਰਹਿੰਦੇ ਜਿਹੜੇ ਜੀਵਨ ਦੇ ਸਵਾਸ ਨੇ ਉਹਨਾਂ ਨੂੰ ਸਾਰੀ ਤੁਸੀਂ ਕਰ ਸਕੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਮੈਂ ਤੁਹਾਡਾ ਭਾਈ ਕੁਲਦੀਪ ਸਿੰਘ ਤੇ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਸੁਣਨ ਵਾਲੇ, ਚਾਹਣ ਵਾਲੇ ਤੇ ਜਿਹੜੇ ਇਸ ਚੈਨਲ ਦੇ ਸੇਵਾਦਾਰ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਇਸੇ ਤਰ੍ਹਾਂ ਹੀ ਕੌਮ ਦੇ ਜਿਹੜੇ ਸੁਨੇਹੇ ਨੇ ਉਹ ਲੋਕਾਂ ਤੱਕ ਪਹੁੰਚਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਕੁਲਦੀਪ ਸਿੰਘ ਜੀ, ਬੜਾ ਮਾਣ ਹੁੰਦਾ ਜਦੋਂ ਸਾਡੀ ਕੌਮ ਦੇ ਅਜਿਹੇ ਹੀਰੇ ਆ ਜਿਹੜੇ ਅੱਜ ਵੀ ਸਾਡੇ ਵਿੱਚ ਬੈਠੇ ਨੇ ਤੇ ਇਹਨਾਂ ਨੂੰ ਬੰਬਾਂ ਦੀ ਮਸ਼ੀਨ ਕਹਿੰਦੇ ਆ। ਬਿਲਕੁਲ ਕਹਿੰਦੇ ਰਸੋਈ 'ਚ ਸਮਾਨ ਪਿਆ ਹੋਵੇ ਨਾ, ਅਸੀਂ ਕਹਿੰਦੇ ਨਾ ਰਸੋਈ 'ਚ ਸਮਾਨ ਹੈ ਨਹੀਂ, ਉੱਥੇ ਲੂਣ ਮਿਰਚ ਮਸਾਲੇ ਹਲਦੀ ਜਾਂ ਦਾਲਾਂ, ਉਹ ਕਹਿੰਦੇ ਰਸੋਈ 'ਚ ਪਏ ਸਮਾਨ ਦਾ ਬੰਬ ਬਣਾ ਸਕਦਾ। ਬਿਲਕੁਲ, ਔਰ ਇਸ ਗੱਲ ਦਾ ਸਾਰਿਆਂ ਨੂੰ ਪਤਾ ਹੈ। ਪਰ ਵਾਕਿਆ ਜਿਹੜੀਆਂ ਤੁਸੀਂ ਗੱਲਾਂ ਕਹੀਆਂ, ਮੇਰੇ ਕੋਲ ਸ਼ਬਦ ਨਹੀਂ ਉਹਨਾਂ ਤੋਂ ਅੱਗੇ ਕੁਝ ਵੀ, ਪਰ ਜ਼ਰੂਰ ਚਾਹਾਂਗੇ ਅਸੀਂ ਫਿਰ ਇਸ ਵੀਰ ਨਾਲ ਕਿਤੇ ਜ਼ਰੂਰ ਗੱਲਬਾਤ ਕਰੀਏ ਤੇ ਹੋਰ ਗੱਲਾਂ ਵੀ। ਖਾੜਕੂਵਾਦ ਦੇ ਨਾਮ ਦੇ ਉੱਤੇ ਬੜੇ ਪੈਸੇ ਲੋਕਾਂ ਨੇ ਇਕੱਠੇ ਕੀਤੇ ਆ, ਜੀ ਆਪਣੇ ਵਪਾਰ ਖੜੇ ਕਰ ਲਏ ਨੇ। ਇਹਨਾਂ ਵੀਰਾਂ ਨੂੰ ਪੁੱਛਿਆ ਕਦੇ ਪੁੱਛਿਆ ਕਿ ਤੇਰੇ ਬੱਚਿਆਂ ਦੀ ਪੜ੍ਹਾਈ ਕਿਵੇਂ ਹੋ ਰਹੀ ਹੈ? ਕਦੇ ਪੁੱਛਿਆ ਤੇ ਗੁਜ਼ਾਰਾ ਕਿਵੇਂ ਕਰ ਰਹੇ ਆ? ਕਦੇ ਪੁੱਛਿਆ ਕਿ ਭੇਸ ਕਿਉਂ ਬਦਲੇ ਆ? ਤੁਸੀਂ ਇੱਕ ਬੜਾ ਵੈਲਿਡ ਸਵਾਲ ਪੁੱਛਿਆ, ਬੜਾ ਵਧੀਆ ਪੁੱਛਿਆ। ਬਹੁਤ ਲੋਕੀ ਕਹਿੰਦੇ ਆ ਕਿ ਵਾਲ ਕਟਾਤੇ, ਭੇਸ ਬਦਲ ਲਿਆ, ਲੁੱਕ ਦੇ ਡਰਦੇ ਬਹਿੰਦੇ ਆ, ਪਰ ਅੱਜ ਉਹਨਾਂ ਨੇ ਦੱਸਿਆ ਕਿ ਸਿਰ 'ਚ ਤਸ਼ੱਦਦ ਕਰਦੇ ਸਮੇਂ ਜਿਹੜੀਆਂ ਸਿਰ 'ਚ ਸੱਟਾਂ ਵੱਜੀਆਂ ਸੀ ਉਹਦੇ ਕਰਕੇ ਵਾਲ ਕੱਟਣੇ ਪਏ। ਜੀ ਬਿਲਕੁਲ, ਕੋਈ ਚਾਹੁੰਦਾ ਨਹੀਂ ਔਰ ਸਿੱਖੀ ਲਈ ਤੇ ਜਾਨ ਦੇਣ ਤੱਕ ਉਹ ਚਲੇ ਗਏ ਸੀ। ਜ਼ਰੂਰ ਜੀ, ਆਉਣ ਵਾਲੇ ਸਮੇਂ 'ਚ ਫਿਰ ਇਹਨਾਂ ਨਾਲ ਇਸੇ ਨਾਲ ਸੰਬੰਧਿਤ ਲੜੀਵਾਰ ਜਿਹੜੇ ਪ੍ਰੋਗਰਾਮ ਕੋ ਸ਼ੁਰੂ ਕਰਾਂਗੇ ਜੀ। ਤੇ ਉਮੀਦ ਹੈ ਮੇਰੇ ਸਤਿਕਾਰਯੋਗ ਜਿਹੜੇ ਦਰਸ਼ਕ ਨੇ ਕਿਸੇ ਦੀ ਭਾਵਨਾ ਨੂੰ ਸੱਟ ਮਾਰਨ ਦਾ ਯਤਨ ਨਹੀਂ ਕੀਤਾ। ਜੋ ਸੱਚ ਸੀ ਖਾੜਕੂਵਾਦ ਦਾ, ਉਹ ਸੱਚ ਤੁਹਾਡੇ ਸਾਹਮਣੇ ਲਿਆਉਣ ਦਾ ਯਤਨ ਕੀਤਾ। ਉਮੀਦ ਹੈ ਕਿ ਤੁਸੀਂ ਇਹਨੂੰ ਜ਼ਰੂਰ ਹੁੰਗਾਰਾ ਦਿਓਗੇ। ਥੈਂਕ ਯੂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਸਨ ਜੀ ਮੇਰੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ ਤੇ ਇਸ ਤੋਂ ਪਹਿਲਾਂ ਬਖਸ਼ੀਸ਼ ਸਿੰਘ, ਬਾਬਾ ਬਖਸ਼ੀਸ਼ ਸਿੰਘ ਸਾਬਕਾ ਖਾੜਕੂਵਾਦ ਕਿਵੇਂ ਸ਼ੁਰੂ ਹੋਇਆ, ਕੀ ਹੋਇਆ, ਬਹੁਤ ਸਾਰੇ ਤੱਥ ਉਹਨਾਂ ਨੇ ਸਾਡੇ ਸਾਹਮਣੇ ਕੱਢ ਕੇ ਰੱਖੇ।
ਔਰ ਕੱਲ ਮੇਰੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ। ਉਮੀਦ ਕਰਦੀ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਖਬਰਸਾਰ ਬਿਹਾਈਂਡ ਦਾ ਨਿਊਜ਼ ਫੀਡਬੈਕ ਸਾਨੂੰ ਜ਼ਰੂਰ ਦਿਆ ਕਰੋ। ਤੇ ਕੱਲ ਮੇਰਾ ਸਾਥ ਦੇਣ ਲਈ ਸੀਨੀਅਰ ਸਾਡੇ ਨਾਲ ਸਾਡੇ ਭੈਣ ਜੀ ਆ ਰਾਈਟਰ ਆ ਬਲਵੀਰ ਕੌਰ ਢਿੱਲੋਂ ਜੀ ਆਉਣਗੇ। ਤੇ ਉਹਨਾਂ ਦੇ ਨਾਲ ਜਦੋਂ ਅਸੀਂ ਸਿੱਖ ਨੇਸ਼ਨ ਬਲੱਡ ਡੋਨੇਸ਼ਨ ਦੀ ਗੱਲ ਕਰਦੇ ਹਾਂ ਕਿ ਬਲੱਡ ਦੀ ਡੋਨੇਸ਼ਨ ਕਿੱਥੇ ਦੇਣੀ ਆ, ਬਹੁਤ ਵਧੀਆ ਮੁਹਿੰਮ ਬੜੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਸੋ ਕੱਲ ਸਾਡੇ ਨਾਲ ਇੱਕ ਹੋਰ ਭੈਣ ਹਾਜ਼ਰ ਹੋਣਗੇ ਸ਼ੋਅ ਦੇ ਵਿੱਚ ਤੇ ਦੱਸਿਆ ਜਾਊਗਾ ਕਿ ਕਿੱਥੇ ਕਿੱਥੇ ਜਾ ਕੇ ਤੁਸੀਂ ਨਵੰਬਰ ਮਹੀਨੇ ਦੇ ਵਿੱਚ 84 ਦੇ ਕਤਲੇਆਮ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਸਿੰਘਾਂ ਵੱਲੋਂ ਜਿਹੜੀ ਇੱਕ ਸਿੱਖਾਂ ਵੱਲੋਂ ਜਿਹੜੀ ਇੱਕ ਮੁਹਿੰਮ ਚਲਾਈ ਗਈ ਆ ਖੂਨਦਾਨ ਦੀ, ਉਹਦੇ ਬਾਰੇ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇਵਾਂਗੇ। ਸੋ ਕੱਲ ਮੁਲਾਕਾਤ ਹੋਵੇਗੀ। ਅੱਜ ਸ਼ਾਮੀ ਫੇਰ ਮਿਲਦੇ ਹਾਂ ਰਫਤਾਰ ਸਿੰਘ ਗਿੱਲ ਹੋਣਾ ਦੇ ਨਾਲ ਗੱਲਾਂ ਖਰੀਆਂ ਵਿੱਚ। ਤਦ ਤੱਕ ਰੱਖਿਓ ਖਿਆਲ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।